ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਇਸ ਚਰਚਾ ਨੂੰ ਤੁਸੀਂ ਚੱਲਦੇ ਲਾਈਕ ਸ਼ੇਅਰ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ। ਬੀਤੇ ਕੁਝ ਦਿਨਾਂ ਤੋਂ ਪ੍ਰੋਫੈਸਰ ਸਾਹਿਬ ਤਸਵੀਰਾਂ ਤੁਸੀਂ ਅਸੀਂ ਸਭ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਤਾਂ ਸਰਕਾਰ ਨੂੰ ਲੈ ਕੇ ਲੋਕਾਂ ਨੂੰ ਲੱਗਦਾ ਸੀ ਕਿ ਬਦਲਾਅ ਆਇਆ, ਕੁਝ ਵੱਖਰਾ ਹੋਏਗਾ, ਪਰ ਲੋਕਾਂ ਦੀ ਬੇਭਰੋਸਗੀ ਜਿੱਥੇ ਸਿਆਸਤਦਾਨਾਂ ਨੂੰ ਲੈ ਕੇ ਹੈ ਕਿ ਅਸੀਂ ਤੇ ਇਮਾਨਦਾਰ ਚੁਣੇ, ਕੱਟੜ ਇਮਾਨਦਾਰ ਚੁਣ ਲਏ, ਫਿਰ ਵੀ ਇਹ ਹਾਲਾਤ ਦੇਖਣੇ ਪੈ ਰਹੇ ਨੇ। ਤੇ ਨਾਲੋਂ ਨਾਲ ਅਫਸਰਸ਼ਾਹੀ ਤੇ ਪੁਲਿਸ ਨੂੰ ਲੈ ਕੇ ਖਾਸ ਕਰ ਜਿਹੜੀ ਬੇਭਰੋਸਗੀ ਜਾਂ ਲੋਕ ਜਿਵੇਂ ਸੜਕਾਂ ਤੇ ਉਤਰ ਕੇ ਪੁਲਿਸ ਨੂੰ ਸਿੱਧੇ ਹੀ ਪੈ ਨਿਕਲਦੇ ਨੇ। ਪਰਵਿੰਦਰ ਝੂਟੇ ਦਾ ਮਸਲਾ ਹੋਇਆ, ਨਸ਼ਿਆਂ ਦਾ ਮਸਲਾ ਹੋ ਗਿਆ, ਮਾਈਨਿੰਗ ਦਾ ਮਸਲਾ ਹੋ ਗਿਆ, ਹੋਰ ਬੜੇ ਪੰਜਾਬ 'ਚ ਮਾਫੀਏ ਚੱਲਦੇ ਨੇ, ਉਹਨਾਂ ਤੇ ਨੱਥ ਕਿਉਂ ਨਹੀਂ ਪੈਂਦੀ? ਕਹਿੰਦੇ ਇੱਕ ਬੰਦੇ ਨੂੰ ਫੜਨ ਦੇ ਲਈ ਪੂਰੀ ਪੁਲਿਸ ਜਾਂ ਆਪਣਾ ਡਿਫੈਂਸ ਕਰਨ ਦੇ ਲਈ ਬਹੁਤ ਤਰੀਕੇ ਦੇ ਤਰਕ ਦਿੱਤੇ ਜਾਂਦੇ ਨੇ। ਜਿਹੜੀ ਕੁੜੀ ਇਲਜ਼ਾਮ ਲਾਉਂਦੀ ਆ ਉਹ ਬਿਆਨਾਂ ਤੋਂ ਮੁੱਕਰ ਜਾਂਦੀ ਹੈ। ਬੜਾ ਕੁਝ ਹੋ ਰਿਹਾ, ਉੱਪਰੋਂ ਥੱਲੀ ਵਾਪਰ ਰਿਹਾ ਆ। ਇਹਦੇ ਉੱਤੇ ਸਟੇਟ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਬੀਤੇ ਦੇ ਵਿੱਚ ਤੁਸੀਂ ਇੱਕ ਐਕਸ਼ਨ ਕੀਤਾ, ਜਿਹੜੀਆਂ ਕੇਂਦਰੀ ਟੁਕੜੀਆਂ ਮੰਗਾ ਕੇ ਪੰਜਾਬ ਦੇ ਵਿੱਚ ਭਾਈਆਂ, ਉਹਦਾ ਖਰਚਾ ਵੀ ਪੰਜਾਬ ਦੇ ਸਿਰ ਤੇ ਆ। ਪਰ ਸਵਾਲ ਇੱਥੇ ਉੱਠਦਾ ਕਿ ਉਦੋਂ ਤੁਸੀਂ ਕਿਹਾ ਕਿ ਅਸੀਂ ਹਥਿਆਰਾਂ ਨੂੰ ਬੈਨ ਕਰਾਂਗੇ, ਹਥਿਆਰ ਬੈਨ ਕਰਤੇ, ਅੱਜ ਵੀ ਕੋਈ ਫੋਟੋ ਪਾ ਦੇ ਤੇ ਉਹਦੇ ਤੇ ਪਰਚਾ ਹੋ ਜਾਂਦਾ, ਪਰ ਤੁਸੀਂ ਨਸ਼ੇ ਬੈਨ ਕਿਉਂ ਨਹੀਂ ਕਰ ਰਹੇ? ਕੀ ਤੁਸੀਂ ਨਸ਼ਾ ਤਸਕਰਾਂ ਨੂੰ ਜਿਹੜੀ ਹੱਲਾਸ਼ੇਰੀ ਦੇ ਰਹੇ ਹੋ ਕਿ ਕਰੀ ਚੱਲੋ, ਅਸੀਂ ਤੁਹਾਡੇ ਪਿੱਛੇ ਬੈਠੇ ਆ? ਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਉਂ ਨਹੀਂ ਸਵਾਲਾਂ ਦੇ ਘੇਰੇ 'ਚ ਲਿਆਂਦਾ ਜਾਂਦਾ? ਰਾਜਜੀਤ ਵਾਲਾ ਮਸਲਾ ਸਾਡੇ ਸਾਹਮਣੇ ਹੈ, ਹੋਰ ਬਹੁਤ ਨੇ। ਜੇ ਫਰੋਲਣ ਤੇ ਆਓ ਤਾਂ ਸਾਰੀ ਖਿੱਦੋ ਫਰੋਲੀ ਜਾਂਦੀ ਹੈ ਇਹਨਾਂ ਦੀ। ਸੁਖਵਿੰਦਰ, ਅੱਜ ਤੱਕ ਪੁਲਿਸ ਨੂੰ ਰਾਜਨੀਤਿਕ ਲੋਕ, ਖਾਸ ਕਰਕੇ ਜਿਹੜੇ ਸੱਤਾਧਾਰੀ ਰਾਜਨੀਤਿਕ ਲੋਕ ਵਰਤਦੇ ਆਏ ਆ, ਔਰ ਪੁਲਿਸ ਨੂੰ ਇਸ ਗੱਲ ਦੀ ਬੜੀਆਂ ਮੌਜਾਂ ਸੀਗੀਆਂ ਕਿ ਉਹ ਜੋ ਵੀ 2 ਨੰਬਰੀ ਕੰਮ ਕਰਨਾ, ਕਿਸੇ ਨੂੰ ਕੁੱਟਣਾ, ਕਿਸੇ ਨੂੰ ਮਾਰਨਾ, ਗਾਲੀ ਗਲੋਚ ਕਰਨਾ, ਪੈਸੇ ਲੁੱਟਣੇ, ਜੋ ਵੀ ਕਰਨਾ ਸੀਗਾ। ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿੰਦਾ, ਇੱਕ ਉਹਨਾਂ 'ਚ ਸੈਕਸ਼ਨ ਇਮਾਨਦਾਰ ਵੀ ਹੈ, ਕਿਉਂਕਿ ਮੈਂ ਜਾਣਦਾ, ਨਿੱਜੀ ਤੌਰ ਤੇ ਵੀ ਜਾਣਦਾ। ਪਰ ਜਿਹੜਾ ਵੱਡਾ ਧੜਾ ਜੋ ਸਮਾਜ ਦੇ ਵਿੱਚ ਪੁਲਿਸ ਦਾ ਅਕਸ ਬਣਿਆ, ਉਹ ਇਹੀ ਬਣਿਆ ਕਿ ਭਾਈ ਇਹਨਾਂ ਦਾ ਕੰਮ ਆ ਰਾਜਨੀਤਿਕ ਲੋਕਾਂ ਦੇ ਯੈਸ ਸਰ ਕਰਕੇ ਉੱਥੋਂ ਆਪਣੀ ਛਤਰ ਛਾਇਆ ਲੈ ਲੈਣੀ, ਪ੍ਰਮੋਸ਼ਨਾਂ ਵੀ ਲੈ ਲੈਣੀਆਂ, ਫੀਤੀਆਂ ਵੀ ਵਧਾ ਲੈਣੀਆਂ, ਸੁੱਖ ਸੁਵਿਧਾ ਵੀ ਲੈ ਲੈਣੀਆਂ, ਤੇ ਨਾਲ ਹੀ ਕੁਛ ਉਹਨਾਂ ਨੂੰ ਦੇਈ ਜਾਣਾ, ਕੁਛ ਆਪ ਮੌਜਾਂ ਕਰੀ ਜਾਣੀਆਂ। ਇਹ ਕੰਮ ਅੱਜ ਤੱਕ ਚੱਲਦਾ ਆ ਰਿਹਾ ਸੀ ਤੇ ਲੋਕਾਂ ਨੂੰ ਸਾਰਿਆਂ ਨੂੰ ਇਹ ਪਤਾ ਸੀ, ਪਰ ਉਹਨਾਂ ਦੀ ਵਸ ਪੇਸ਼ ਨਹੀਂ ਜਾਂਦੀ ਸੀ। ਉਹਨਾਂ ਨੂੰ ਇਹ ਸੀ ਕਿ ਯਾਰ ਇੱਕ ਆਪਾਂ ਰਾਜਨੀਤਿਕ ਲੋਕ ਜਿਹੜੇ ਬਾਰ-ਬਾਰ ਸਾਡੇ ਕੋਲ ਵੋਟਾਂ ਲੈਣ ਲਈ ਆਉਂਦੇ ਆ, ਉਹਨਾਂ ਦਾ ਮੁਕਾਬਲਾ ਤੇ ਕਰ ਸਕਦੇ ਆ, ਕਿਉਂਕਿ ਉਹ ਬਹੁਤੇ ਪੱਕੇ ਠੱਕੇ ਨਹੀਂ ਹੁੰਦੇ, ਕਦੀ ਆ ਗਏ ਕਦੀ ਚਲੇ ਗਏ। ਪਰ ਇਹਨਾਂ ਲੋਕਾਂ ਦਾ ਜਿਨ੍ਹਾਂ ਦੀਆਂ ਵਰਦੀਆਂ ਦਾ ਇੰਨਾ ਡਰ ਪੈ ਹੈਗਾ, ਇਹਨਾਂ ਦਾ ਅਸੀਂ ਸਾਈਮਲਟੇਨੀਅਸਲੀ ਮੁਕਾਬਲਾ ਨਹੀਂ ਕਰ ਸਕਦੇ। 2 ਧਿਰੀ ਫੋਰਸ ਬਣ ਜਾਂਦੀ ਹੈ, ਇੱਕ ਐਡਮਿਨਿਸਟ੍ਰੇਸ਼ਨ ਗਵਰਨੈਂਸ ਨਾਲ ਉਹਨਾਂ ਦੇ ਪੋਲੀਟੀਸ਼ੀਅਨ, ਤੇ ਨਾਲ ਹੀ ਇਹ ਜਿਹੜੇ ਪੁਲਿਸ ਵਾਲੇ। ਤੇ ਲੋਕੀ ਡਰਦੇ ਸੀਗੇ ਕਿ ਜਾਨੀ ਸਾਡਾ ਨੁਕਸਾਨ ਬਹੁਤ ਹੋਊ। ਹੁਣ ਇਹ ਬਣਿਆ ਨਸ਼ੇ ਦੇ ਮਸਲੇ ਤੇ ਆ ਕੇ, ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਪੁਲਿਸ ਨਸ਼ਾ ਛਡਾਉਣ ਵਾਲਿਆਂ ਦੇ ਨਾਲ ਨਹੀਂ ਹੈ, ਨਸ਼ਾ ਫੈਲਾਉਣ ਵਾਲਿਆਂ ਦੇ ਨਾਲ ਹੈ, ਹਿੱਸਾ ਪੱਤੀ ਚੱਲ ਰਹੀ ਹੈ। ਜਦੋਂ ਲੋਕ ਫੜ ਕੇ ਵੀ ਦਿੰਦੇ ਆ, ਜਿਹੜੇ ਨਸ਼ੇੜੀ ਪਿੰਡਾਂ 'ਚ ਫਿਰਦੇ ਆ, ਜਾਂ ਨਸ਼ੇੜੀ ਨਾ ਕਹੋ ਤੁਸੀਂ, ਪੈਡਲਰ ਜਿਹੜੇ ਗਾਂ ਤੋਂ ਗਾਂ ਨਸ਼ਾ ਪਹੁੰਚਾ ਰਹੇ, ਉਹਨਾਂ ਨੂੰ ਫੜ ਕੇ ਦਿੰਦੇ ਆ, ਆਪਣਾ ਰਿਸਕ ਲੈ ਕੇ ਦਿੰਦੇ ਆ, ਤਾਂ ਉਹਨਾਂ ਨੂੰ ਪੁਲਿਸ ਅਗਲੇ ਦਿਨ ਫਿਰ ਛੱਡ ਦਿੰਦੀ ਆ, ਜਾਂ ਉਹਨਾਂ ਦੇ ਮਤਲਬ ਕੋਈ ਕਾਰਵਾਈ ਨਹੀਂ ਹੁੰਦੀ। ਇਸ ਤਜਰਬੇ 'ਚੋਂ ਲੋਕਾਂ ਦਾ ਜਿਹੜਾ ਇੱਕ ਡਰ ਸੀ, ਤੇ ਮਾੜਾ ਮੋਟੀ ਇੱਕ ਅਮੀਰ ਸੀ ਪੁਲਿਸ ਤੋਂ ਕਿ ਕਦੀ ਨਾ ਕਦੀ ਚਲੋ ਚੰਗੇ ਕੰਮ ਵੀ ਕਰਦੇ, ਉਹ ਚੁੱਕੀ ਜਾ ਰਹੀ ਹੈ। ਇਹ ਬਹੁਤ ਖਤਰਨਾਕ ਟ੍ਰੈਂਡ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ। ਕੱਲ ਤੁਸੀਂ ਦੇਖਿਆ ਕਿ ਉਹ ਮਾਛੀਵਾੜੇ ਦੇ ਏਰੀਏ 'ਚ ਸ਼ਾਇਦ ਕਿੱਥੇ ਸੀ, ਇੱਕ ਟਰਾਲੀ ਰੇਤਾ ਲਿਜਾ ਰਹੀ ਸੀ, ਪੁਲਿਸ ਵਾਲਿਆਂ ਨੂੰ ਖਬਰ ਹੋਈ, ਪੁਲਿਸ ਵਾਲੇ 10-12 ਬੰਦੇ ਲੈ ਕੇ ਉੱਥੇ ਪਹੁੰਚ ਗਏ, ਟਰਾਲੀ ਦਾ ਡਰਾਈਵਰ ਵੀ ਫੜ ਲਿਆ ਔਰ ਟਰਾਲੀ ਵੀ ਕਰ ਲਈ। ਪਿੱਛੋਂ ਇੱਕ ਗੱਡੀ ਆਈ, ਉਹਨਾਂ ਨੇ ਚੱਕ ਕੇ ਪਰਾਂ ਮਾਰੇ ਪੁਲਿਸ ਵਾਲੇ ਸਾਰੇ, ਤੇ ਟਰੈਕਟਰ ਵੀ ਲੈ ਗਏ ਤੇ ਟਰਾਲੀ ਵੀ ਲੈ ਗਏ। ਤੇ ਫਿਰ ਪੁਲਿਸ ਵਾਲੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਕਿ ਇਹ ਕੀ ਬਣਿਆ ਪਈ। ਇੰਨਾ ਜ਼ਿਆਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਦੇਖੋ ਸੁਖਵਿੰਦਰ, ਰੇਤਾ ਬਜਰੀ ਵਾਲਾ ਮਾਫੀਆ ਜੇ ਇੰਨਾ ਸਟਰੋਂਗ ਹੋ ਗਿਆ, ਤੁਸੀਂ ਸਮਝੋ ਰਾਜ ਕਿਹਦਾ ਚੱਲ ਰਿਹਾ? ਮਾਫੀਏ ਦਾ ਰਾਜ ਚੱਲ ਰਿਹਾ। ਜੇ ਰੇਤਾ ਬਜਰੀ ਜਿਹੜੀ ਕਿ ਟਰੱਕਾਂ 'ਚ ਜਾਣੀ ਆ, ਟਰਾਲੀਆਂ 'ਚ ਜਾਣੀ ਹੈ, ਉਹਦੇ ਵਾਲਾ ਮਾਫੀਆ ਪੁਲਿਸ ਨੂੰ ਕੁਛ ਨਹੀਂ ਸਮਝਦਾ। ਤੇ ਜਿਹੜੀ ਪੁੜੀਆਂ 'ਚ ਜਾਣੀ ਆ, ਗ੍ਰਾਮਾਂ 'ਚ ਜਾਣੀ ਆ, ਨਸ਼ਾ ਚਿੱਟਾ,
ਉਹਦਾ ਮਾਫੀਆ ਕਿੰਨਾ ਸਟਰੋਂਗ ਹੋਊਗਾ? ਉਹ ਤੇ ਬਹੁਤ ਹੀ ਸੇਫ ਆ, ਉਹ ਤੇ ਚੁੱਪ ਕਰਕੇ ਆਪਣਾ ਜਿੰਨਾ ਮਰਜ਼ੀ ਕੰਮ ਕਰ ਸਕਦੇ ਆ, ਅੰਡਰਗਰਾਉਂਡ ਰਹਿ ਸਕਦੇ ਆ। ਇਸ ਲਈ ਇੱਕ ਤੇ ਪੁਲਿਸ ਦੇ ਵੱਸੋਂ ਬਾਹਰ ਕੁਝ ਇਹੋ ਜਿਹੀਆਂ ਸ਼ਕਤੀਆਂ ਪੰਜਾਬ ਦੇ ਅੰਦਰ ਪੈਦਾ ਹੋ ਗਈਆਂ ਮਾਫੀਏ ਵਾਲੀਆਂ, ਜਿਹੜੀਆਂ ਇਹਨਾਂ ਦੇ ਪੁਲਿਸ ਵਾਲੇ ਕੀ ਕਰਦੇ ਆ ਕਿ ਜਾਂ ਤਾਂ ਉਹਨਾਂ ਤੋਂ ਹਿੱਸਾ ਪੱਤੀ ਲੈ ਕੇ ਆਪਣਾ ਕੰਮ ਕਰੀ ਜਾਓ, ਉਹਨਾਂ ਨੂੰ ਸ਼ੈਲਟਰ ਕਰਦੇ ਆ, ਫੜਨ ਵੱਲ ਜਾਂਦੇ ਨੇ, ਜਾਂ ਉਹਨਾਂ ਵੱਲ ਉਹਨਾਂ ਨੂੰ ਕਰਨ ਦਿੰਦੇ ਆ ਤੇ ਆਪਣਾ ਪਿੱਠ ਕਰ ਲੈਂਦੇ ਆ। ਇਸ ਗੱਲ ਦੇ ਨੈਕਸਸ ਦਾ ਕਲੀਅਰ ਲੋਕਾਂ ਨੂੰ ਹੋਣ ਤੋਂ ਬਾਅਦ ਇਹ ਦੇਖੋ ਕਿ ਪੁਲਿਸ ਆਪਣੀ ਡਿਸਕ੍ਰੈਡਿਟ ਆਪਣੇ ਆਪ ਨੂੰ ਇੰਨਾ ਕਰ ਗਈ, ਕਿਉਂਕਿ ਉਹਨਾਂ ਤੋਂ ਮਾਲ ਖਾਣਾ। ਉਹ ਸਮਝਦੇ ਆ ਯਾਰ ਸਾਡੀ ਬਿੱਲੀ ਸਾਨੂੰ ਮਿਆਓ, ਕਿ ਅਸੀਂ ਇਹਨਾਂ ਨੂੰ ਥੱਬੀਆਂ ਦੀਆਂ ਥੱਬੀਆਂ ਨੋਟ ਦੇ ਰਹੇ ਆ ਤੇ ਸਾਡੇ ਬੰਦਿਆਂ ਨੂੰ ਇਹ ਹੁਣ ਰੋਕਣ ਆ ਗਏ ਆ। ਇਹ ਹੁੰਦੇ ਕੌਣ ਆ? ਇਸ ਲਈ ਪੁਲਿਸ ਨੇ ਲੋਕਾਂ ਵੱਲੋਂ ਵੀ ਆਪਣਾ ਜਲੂਸ ਕਢਾ ਲਿਆ, ਜਿਹੜਾ ਤੁਸੀਂ ਝੋਟੇ ਦਾ ਕੇਸ ਕਹਿੰਦੇ ਆ। ਲੋਕ ਸੱਚੀ ਮੁੱਚੀ ਇਹਨਾਂ ਦੀਆਂ ਜੋ ਵੀ ਧੱਕੇਸ਼ਾਹੀਆਂ ਲੋਕਾਂ ਨਾਲ ਕਰਦੇ ਆ, ਰੋਜ਼ ਦੀਆਂ ਇਹਨਾਂ ਨੂੰ ਆਦਤਾਂ ਪਈਆਂ, ਕਰਦੇ ਕਿਹਦੇ ਸਿਰ ਤੇ? ਜਾਂ ਮਾਫੀਆ ਦੇ ਸਿਰ ਤੇ ਨਾਲ ਹੀ ਪੋਲੀਟੀਸ਼ੀਅਨਾਂ ਦੇ ਸਿਰ ਤੇ। ਹੁਣ ਜੇ ਮਾਫੀਆ ਵੀ ਇਹਨਾਂ ਨੂੰ ਟਿਚ ਕਰਕੇ ਜਾਣੂ, ਮਾਫੀਆ ਨਾਲ ਕਿਉਂ ਕੁਛ ਨਾ ਕੁਛ ਉਹਨਾਂ ਨੂੰ ਫੜਨਾ ਚਾਹੁੰਦੇ? ਕਿਉਂਕਿ ਲੋਕਾਂ ਦਾ ਦਬਾਅ। ਹੁਣ ਪੁਲਿਸ ਇੱਕ ਪਾਸੇ ਲੋਕਾਂ ਦਾ ਦਬਾਅ ਬਣ ਰਿਹਾ, ਮਾਫੀਆ ਇੱਕ ਪਾਸੇ ਐਂਟਰੈਂਚਡ ਆ ਪੂਰਾ, ਉਹਦੇ ਕੋਲ ਆਪਣੇ ਤੌਰ ਦੇ ਉੱਤੇ ਕਾਬਜ਼ ਹੈ ਪੰਜਾਬ ਦੀ ਸੱਤਾ ਤੇ, ਪੰਜਾਬ ਦੇ ਸਾਧਨਾਂ ਤੇ, ਪੰਜਾਬ ਦੇ ਆਪਣੇ ਰਿਸੋਰਸਿਸ ਦੇ ਉੱਤੇ। ਹੁਣ ਇਹਨਾਂ ਲਈ ਇਧਰੋਂ ਮਾਰ ਖਾਣਗੇ ਤੇ ਉਧਰ ਨੂੰ ਭੱਜਣਗੇ, ਉਧਰੋਂ ਮਾਰ ਖਾਣਗੇ ਤੇ ਇਧਰੋਂ ਭੱਜਣਗੇ। ਪੁਲਿਸ ਦਾ ਤੇ ਵਿੱਚੇ ਪੋਲੀਟੀਸ਼ੀਅਨ, ਜੇ ਜਦੋਂ ਆਟਾ ਪੀਸਿਆ ਜਾਂਦਾ ਘੁਣ ਨਾਲ ਪੀਸਿਆ ਜਾਂਦਾ, ਪੋਲੀਟੀਸ਼ੀਅਨਾਂ ਦਾ ਵੀ ਬੜਾ ਬੁਰਾ ਹਾਲ ਆਉਣ ਵਾਲੇ ਸਮੇਂ 'ਚ ਹੋਣ ਵਾਲਾ। ਅਸੀਂ ਤੇ ਇੱਕ ਜਿਸ ਤਰ੍ਹਾਂ ਤੁਹਾਨੂੰ ਅੱਗੇ ਕਿਹਾ ਕਿ ਮੁਰਗੇ ਵਾਂਗੂ ਜਾਗਤੇ ਰਹੋ ਕਹਿ ਸਕਦੇ ਆ ਕਿ ਧਰਾਤਲ ਤੇ ਹੋ ਕੀ ਰਿਹਾ, ਇਹਦੇ ਤੋਂ ਲੋਕਾਂ ਨੂੰ ਫੈਸਲੇ ਲੈਣ ਦੀ ਲੋੜ ਹੈਗੀ। ਹਾਂ ਪ੍ਰੋਫੈਸਰ, ਇੱਥੇ ਛੋਟਾ ਜਿਹਾ ਇੱਕ ਪੁਆਇੰਟ ਜੋੜਦਾ ਕਿ ਲੋਕ ਇਹ ਵੀ ਚਰਚਾਵਾਂ ਕਰਦੇ ਨੇ, ਲਗਾਤਾਰ ਸੁਣਨ ਨੂੰ ਮਿਲਦੀਆਂ ਕਿ ਪੁਲਿਸ ਜਿਹੜੀ ਹੈ ਜਾਂ ਇਹ ਤੰਤਰ ਜਿਹੜਾ ਏਜੰਸੀਆਂ ਵਗੈਰਾ ਦਾ ਹੁੰਦਾ ਆ, ਜਿਹੜੇ ਸਾਰੀ ਜਾਂਚ ਪੜਤਾਲ ਕਰਦੇ ਨੇ, ਇਹ ਕੇਂਦਰੀ ਇਸ਼ਾਰੇ ਤੇ ਚੱਲ ਰਹੀ ਹੈ। ਖਾਸ ਕਰ ਕਹਿੰਦੇ ਜਦੋਂ ਪੰਜਾਬ ਦੇ ਸੰਦਰਭ 'ਚ ਦੇਖਿਆ ਜਾਂਦਾ, ਜਿਵੇਂ ਬੀਜੇਪੀ ਪੰਜਾਬ ਨੂੰ ਲੈ ਕੇ ਬਹੁਤ ਐਕਟਿਵ ਹੈ, ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਗੇੜੇ ਅਗਲੇ ਦਿਨਾਂ 'ਚ ਵੀ ਆਉਣਾ ਆ, ਤੇ ਉਹਨਾਂ ਨੂੰ ਐਨਸੀਬੀ ਦਾ ਦਫ਼ਤਰ ਵਗੈਰਾ ਇੱਥੇ ਖੋਲਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਹੋਣਾ, ਇਹ ਸਵਾਲ ਖੜੇ ਕਰਦਾ ਕਿ ਕੀ ਜਿਹੜੀ ਪੰਜਾਬ ਪੁਲਿਸ ਹੈ ਉਹ ਦਿੱਲੀ ਦੇ ਮਤਲਬ ਕਿ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ, ਜਾਂ ਫਿਰ ਉਹ ਕਿਹਦੇ ਇਸ਼ਾਰੇ ਤੇ ਕਰ ਰਹੀ ਹੈ? ਜੇ ਮੁੱਖ ਮੰਤਰੀ ਸਾਹਿਬ ਦੇ ਵੱਸ ਵਿੱਚ ਕੁਝ ਨਹੀਂ, ਗ੍ਰਹਿ ਮੰਤਰੀ ਨੇ, ਗ੍ਰਹਿ ਮੰਤਰਾਲਾ ਪੰਜਾਬ ਦਾ ਉਹਨਾਂ ਦੇ ਕੋਲੇ, ਤੇ ਬਾਵਜੂਦ ਵੀ ਐਡੀ ਵੱਡੀ ਘਟਨਾ ਵਾਪਰ ਗਈ, ਲੋਕ ਇਕੱਠੇ ਹੋਏ ਨੇ, ਮੇਨ ਸਟ੍ਰੀਮ ਦਾ ਮੀਡੀਆ ਜਿਹੜਾ ਬਲੈਕ ਆਊਟ ਰੱਖਦਾ, ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਦੇਖੋ ਆਈਪੀਐਸ ਅਫਸਰ ਆ, ਉਹ ਇੰਡੀਅਨ ਪੁਲਿਸ ਸਰਵਿਸਿਜ਼ ਹੈਗੇ ਆ, ਔਰ ਜਿਹੜਾ ਟਾਪ ਡੀਜੀਪੀ ਆ ਉਹ ਵੀ ਕੇਂਦਰ ਵੱਲੋਂ ਲਾਇਆ ਜਾਂਦਾ। ਇਹੋ ਹੀ ਤੇ ਹੁਣ ਨਵਾਂ ਬਿੱਲ ਲੈ ਕੇ ਆਏ ਸੀ ਅਸੈਂਬਲੀ ਦੇ ਵਿੱਚ ਕਿ ਅਸੀਂ ਆਪਣਾ ਡੀਜੀਪੀ ਆਪ ਲਾਉਣ ਦੇ ਸਾਨੂੰ ਸਟੇਟ ਨੂੰ ਅਧਿਕਾਰ ਹੋਣੇ ਚਾਹੀਦੇ ਤਾਂ ਕਿ ਦਿੱਲੀ ਦੇ ਸਕੰਜੇ ਚੋਂ ਬਾਹਰ ਆਉਣ। ਪਰ ਮੈਂ ਕਹਿੰਦਾ ਜੇ ਗੱਲ ਹੈ ਵੀ, ਤੁਹਾਡਾ ਕੀ ਖਿਆਲ ਹੈ ਕਿ ਪੁਲਿਸ ਜਿਹੜੀ ਆ ਸਾਡੇ ਸੂਬੇ ਦੇ ਹੋਮ ਮਿਨਿਸਟਰ ਦੇ ਜਾਂ ਚੀਫ ਮਿਨਿਸਟਰ ਦੇ ਆਰਡਰ ਨੂੰ ਨਾ ਕਰੂਗੀ? ਬਿਲਕੁਲ। ਉਸੇ ਵੇਲੇ ਰਿਜ਼ਾਈਨ ਕਰਵਾਓ ਉਹਦੇ ਕੋਲੋਂ, ਕਹੇ ਵੀ ਛੱਡ ਦੇ, ਫਿਰ ਆਪਣਾ ਘਰੇ ਬੈਠ, ਕੋਈ ਲੋੜ ਨਹੀਂ ਹੈ ਤੇਰੀ, ਅਗਲੇ ਨੂੰ ਦੇ ਦਾਂਗੇ, ਬਥੇਰੇ ਡੀਜੀਪੀ ਫਿਰਦੇ ਆ, ਕਿਸੇ ਹੋਰ ਨੂੰ ਚਾਰਜ ਦੇ ਦਾਂਗੇ। ਇਸ ਲਈ ਆਪਾਂ ਇਹ ਵੀ ਇੱਕ ਬਹਾਨਾ ਹੀ ਆ ਕਿ ਦੇਖੋ ਜੀ ਉਹ ਗਵਾਂਢੀ ਸਾਡੇ ਸ਼ਰਾਰਤਾਂ ਕਰੀ ਜਾਂਦੇ ਆ। ਇਹ ਜਿਸ ਤਰ੍ਹਾਂ ਬੀਜੇਪੀ ਦਾ ਬਹਾਨਾ ਕੁਝ ਵੀ ਹੋ ਜੇ, ਲਓ ਜੀ ਇੱਥੇ ਨਸ਼ਾ ਤਾਂ ਨਹੀਂ ਸੀ ਹੋਣਾ, ਇਹ ਤੇ ਡਰੋਨ ਦੇ ਰਾਹੀਂ ਪਾਕਿਸਤਾਨ ਭੇਜੀ ਜਾਂਦਾ। ਇੱਥੇ ਖਾਣ ਵਾਲੇ ਕਿਹਨੇ ਪੈਦਾ ਕੀਤੇ ਨਸ਼ਾ? ਪਾਕਿਸਤਾਨ ਜਿੰਨਾ ਮਰਜ਼ੀ ਭੇਜਦਾ। ਨਸ਼ਾ ਅੱਗੇ ਵੀ ਨਸ਼ਾ ਹੁੰਦਾ ਸੀ, ਫੀਮ ਪੋਸਟ ਪੰਜਾਬ ਦੇ ਵਿੱਚ ਬਥੇਰੀ ਪਹਿਲਾਂ ਵੀ ਰਹੀ ਹੈ। ਸਾਰੇ ਨਸ਼ੇੜੀ ਉਦੋਂ ਨਾ ਹੋ ਗਏ, ਹੁਣ ਕਿਉਂ ਹੋ ਰਹੇ ਆ? ਇੱਕ ਸਿਸਟਮ ਦੇ ਤਹਿਤ ਲੋਕਾਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ। ਉਹਨਾਂ ਨੂੰ ਤੇ ਫੜਦੇ ਨਹੀਂ ਤੁਸੀਂ, ਜਿਹੜੇ ਘਰ ਦੇ ਵਿੱਚ ਡਿਮਾਂਡ ਪੈਦਾ ਕਰ ਰਹੇ ਆ, ਲੋੜ ਪੈਦਾ ਕਰ ਰਹੇ ਆ, ਕੰਜ਼ਿਊਮਰ ਬਣਾਤੇ, ਨਸ਼ੇ ਤੇ ਲਾਤੇ। ਤੁਸੀਂ ਦੂਜਿਆਂ ਤੇ ਸੁੱਟ ਕੇ ਆਪ ਸਾਫ਼ ਸੁਥਰਾ ਹੋਣਾ ਚਾਹੁੰਦੇ, ਇੰਜ ਨਹੀਂ ਹੈ। ਕੇਂਦਰ ਦੀ ਪਕੜ ਤੋਂ ਕੋਈ ਵੀ ਸੂਬਾ ਆਜ਼ਾਦ ਨਹੀਂ, ਪਹਿਲਾਂ ਤੇ ਇਹ ਸਮਝ ਲਓ, ਕਿਉਂਕਿ ਕੇਂਦਰ ਦੇ ਆਪਣੀਆਂ ਏਜੰਸੀਆਂ ਆ ਜਿਹੜੀਆਂ ਲਗਾਤਾਰ ਇਨਪੁਟਸ ਆ। ਗਵਰਨਰ ਬੈਠੇ ਆ ਬਨਵਾਰੀ ਲਾਲ ਪੁਰੋਹਿਤ, ਸ਼ਾਮ ਤੱਕ ਕੀ ਕਰਦੇ ਆ? ਸਾਰੀ ਇਨਫੋਰਮੇਸ਼ਨ ਸ਼ਾਮ ਤੱਕ ਭੇਜਦੇ ਆ ਦਿੱਲੀ। ਹੋਰ ਏਜੰਸੀਆਂ ਦੀ ਇਨਫੋਰਮੇਸ਼ਨ ਕੋਈ ਵੀ ਉਹ ਡਾਇਰੈਕਟ ਵੀ ਲੈ ਸਕਦੇ, ਉਹਨਾਂ ਦੀਆਂ ਆਪਣੀਆਂ ਏਜੰਸੀਆਂ ਬੈਠੀਆਂ ਸਾਰੇ ਦੇਸ਼ ਦੇ ਵਿੱਚ, ਜਿਹੜੀਆਂ ਸਿੱਧੀ ਖਬਰ ਆਈ ਵੀ ਹੈ, ਇਨਫੋਰਮੇਸ਼ਨ ਇੰਟੈਲੀਜੈਂਸ ਬਿਊਰੋ, ਹੋਰ ਕਿੰਨਾ ਕੁਝ ਹੁੰਦਾ ਹੈ, ਉਹ ਤੁਸੀਂ ਛੱਡ ਦਿਓ। ਸਵਾਲ ਹੈ ਕਿ ਅਪਰੈਂਟਲੀ ਰਾਈਟ ਕਿਹਦੇ? ਆਪਾਂ ਰਾਈਟ ਕਿਉਂ ਆਪਣੇ ਸਰੈਂਡਰ ਕਰੀਏ ਭਈ? ਅਸੀਂ ਦੂਜਿਆਂ ਦੇ ਦੋਸ਼ ਲਾ ਕੇ ਆਪਣੇ ਆਪ ਨੂੰ ਕਮਜ਼ੋਰ ਕਿਉਂ ਕਰੀਏ? ਇਸ ਲਈ ਇਹ ਤੇ ਆਪਣਾ ਸਾਨੂੰ ਆਪ ਘਰ ਸੰਭਾਲਣਾ ਚਾਹੀਦਾ, ਔਰ ਜੇ ਕੋਈ ਕੇਂਦਰ ਕਰਦਾ ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਖਬਰਦਾਰ। ਜੀ।
ਪ੍ਰੋਫੈਸਰ ਇੱਕ ਹੋਰ ਗੱਲ ਹੈ ਕਿ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਮਤਲਬ ਕਿ ਵੀ ਵਾਪਰ ਰਿਹਾ ਆ। ਹੜ੍ਹਾਂ ਦੀ ਸਥਿਤੀ ਹੈ, ਭਾਖੜਾ ਜਿਹੜੀ ਆ ਖਤਰੇ ਦੇ ਨਿਸ਼ਾਨ ਦੇ ਲਾਗੇ 1650 ਤੇ ਆ, 1680 ਤੇ ਖਤਰੇ ਤੋਂ ਤਾਂ ਹੋ ਜਾਣਾ ਫਿਰ ਸਾਰਾ ਕੁਝ, ਤੇ ਸ਼ਾਇਦ ਪਾਣੀ ਛੱਡ ਵੀ ਦਿੱਤਾ ਜਾਵੇ। ਸਤਲੁਜ ਦੇ ਆਲੇ ਦੁਆਲੇ ਅਲਰਟ ਹੈ। ਪੰਜਾਬ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ, ਪਰ ਸਰਕਾਰ ਜਿਹੜੀ ਹੈ ਉਹ ਐਸਜੀਪੀਸੀ ਜਾਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਜਾਂ ਬਾਦਲ ਪਰਿਵਾਰ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਿੱਜੀ ਤੌਰ ਉੱਤੇ ਦਿਲਚਸਪੀ ਲੈਂਦੇ ਨੇ। ਲਗਾਤਾਰ ਟਵੀਟ ਕੀਤੇ ਜਾਂਦੇ ਨੇ, ਮੀਡੀਆ ਦੇ ਵਿੱਚ ਆ ਕੇ ਕਿਹਾ ਜਾਂਦਾ। ਹਾਂ, ਇਹ ਮੰਨ ਸਕਦੇ ਆ ਕਿ ਪੀਟੀਸੀ ਨੂੰ ਲੈ ਕੇ, ਅਕਾਲੀ ਦਲ ਨੂੰ ਲੈ ਕੇ, ਦਰਬਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਨਿੱਜੀ ਇੰਟਰਸਟ ਹੋ ਸਕਦੇ ਨੇ। ਉਹ ਲੋਕ ਦੇਖ ਰਹੇ ਨੇ, ਲੋਕਾਂ ਨੇ ਉਹਨਾਂ ਨੂੰ ਖੁੰਝੇ ਲਾ ਦਿੱਤਾ ਹੈ। ਜਿਹੜੇ ਲੋਕਾਂ ਨੇ ਗੁਰਬਾਣੀ ਤੇ ਜਾਂ ਧਰਮ ਤੇ ਜਾਂ ਉਸ ਕਿਸਮ ਦੀ ਜਿਵੇਂ ਵੀ ਸਿਆਸਤ ਕੀਤੀ ਹੈ, ਉਹ ਖੁੰਝੇ ਲੱਗ ਚੁੱਕੇ ਨੇ। ਇਸ ਤੋਂ ਬਾਅਦ ਗਾਂ ਵੀ ਲੋਕ ਹੋਰ ਕਰ ਦੇਣਗੇ। ਪਰ ਸਰਕਾਰ ਕੀ ਕਰ ਰਹੀ ਹੈ? ਕੀ ਗੁਰਬਾਣੀ ਦੇ ਪਿੱਛੇ ਕੁਝ ਹੋਰ ਮੋਟਿਵ ਹੈ? ਗੁਰਦੁਆਰਾ ਨਾਢਾ ਸਾਹਿਬ ਇੱਥੇ ਲਾਗੇ ਪੈਂਦਾ ਆ, ਚੰਡੀਗੜ੍ਹ ਦੇ ਨਾਲ, ਇਧਰ ਜ਼ੀਰਕਪੁਰ ਵਾਲੇ ਪਾਸੇ, ਜਾਂ ਹੋਰ ਪੰਜਾਬ ਦੇ ਵਿੱਚ ਬਹੁਤ ਇਤਿਹਾਸਕ ਗੁਰਦੁਆਰੇ ਨੇ। ਜੇ ਸਰਕਾਰ ਆਪ ਲਾਈਵ ਕਰਨਾ ਚਾਹੁੰਦੀ ਹੈ 24 ਘੰਟਿਆਂ ਦੇ ਅੰਦਰ, ਜਾਂ ਜਿੰਨੇ ਵੀ ਘੰਟਿਆਂ 'ਚ, ਮੁੱਖ ਮੰਤਰੀ ਸਾਹਿਬ ਕਹਿੰਦੇ ਲਾਈਵ ਵਿਊ ਦੇ ਨਾਲ ਸਾਰਾ ਕੁਝ ਹੋ ਸਕਦਾ, ਤੁਸੀਂ ਕਰ ਸਕਦੇ ਹੋ, ਤਾਂ ਤੁਸੀਂ ਬਾਕੀ ਗੁਰਦੁਆਰਿਆਂ ਦਾ ਲਾਈਵ ਵਿਊ ਕਰਕੇ ਉਹਨੂੰ ਕਰ ਦਿਓ। ਗੁਰਬਾਣੀ ਤੇ ਗੁਰਬਾਣੀ ਆ। ਕੀ ਤੁਹਾਡੀ ਵੀ ਨਜ਼ਰ ਗੋਲਕਾਂ ਦੇ ਉੱਤੇ ਹੈ? ਜੇ ਗੋਲਕਾਂ ਦੇ ਉੱਤੇ ਹੈ ਤਾਂ ਫਿਰ ਜਿਹੜਾ ਅਸਰ ਉਹਨਾਂ ਦਾ, ਕੀ ਤੁਸੀਂ ਉਹ ਭੁਗਤਣ ਦੇ ਲਈ ਤਿਆਰ ਹੋ? ਇਹ ਵੀ ਸਵਾਲ ਆਪਣੇ ਆਪ 'ਚ ਬਹੁਤ ਉੱਠਦਾ। ਨਹੀਂ, ਤੁਸੀਂ ਗੱਲ ਬੜੀ ਸਿਆਣੀ ਕਹੀ ਹੈ। ਮੇਰੇ ਮਨ 'ਚ ਵੀ ਉਹ ਆ ਰਹੀ ਸੀ ਵੀ ਗੁਰਬਾਣੀ ਤੇ ਗੁਰਬਾਣੀ ਹੈ। ਇੰਨੇ ਮੇਰਾ ਖਿਆਲ 30-40 ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਨਸ਼ਰ ਹੋ ਰਹੀ ਹੈ ਹੁਣ, ਔਰ ਸ਼ਾਇਦ ਉਹ ਗੁਰਦੁਆਰੇ ਪੇ ਵੀ ਕਰਦੇ ਆ ਨਸ਼ਰ ਕਰਵਾਉਣ ਲਈ ਉਹਨਾਂ ਚੈਨਲਾਂ ਨੂੰ, ਕਿਉਂਕਿ ਅਗਲਿਆਂ ਦਾ ਟਾਈਮ ਲੱਗਦਾ ਹੈਗਾ। ਤੁਸੀਂ ਉਸ ਕੰਮ ਦਾ ਸਾਰਾ ਨੈਟਵਰਕ ਬਣਾ ਕੇ ਜ਼ਿੰਮੇਵਾਰੀ ਲੈ ਲਓ। ਪਟਨਾ ਸਾਹਿਬ ਦੀ ਲੈ ਲਓ, ਉੱਥੇ ਵੀ ਉਹ ਪੇ ਕਰਦੇ ਆ। ਤੁਸੀਂ ਨੰਦੇੜ ਸਾਹਿਬ ਦੀ ਲੈ ਲਓ, ਉੱਥੇ ਕਰਦੇ ਆ, ਨਾਲੇ ਉਹ ਖੁਸ਼ ਹੋ ਜਾਣਗੇ। ਹਰਿਆਣੇ ਦੇ ਗੁਰਦੁਆਰਿਆਂ ਦੀ ਲੈ ਲਓ ਜ਼ਿੰਮੇਵਾਰੀ, ਉੱਥੇ ਕਰੋ ਕੰਮ। ਉਹਨਾਂ ਨੂੰ ਕਹੋ ਵੀ ਅਸੀਂ ਗੁਰਦੁਆਰਾ ਸਾਹਿਬ, ਸਾਡੀ ਸ਼ਰਧਾ ਬਹੁਤ ਆ, ਤੇ ਅਸੀਂ ਉਹਨਾਂ ਨੂੰ ਆਫਰ ਕਰਕੇ ਦੇਖ ਲਓ, ਜੇ ਉਹ ਤੁਹਾਡੀ ਮੰਨਦੇ ਆ ਤੇ ਜਿੱਥੇ ਜਿੱਥੇ ਤੁਸੀਂ ਕਰ ਸਕਦੇ ਆ ਕਰੋ। ਜੇ ਤੁਹਾਡਾ ਗੁਰਬਾਣੀ 'ਚ, ਸਿੱਖੀ 'ਚ, ਉਸ ਫਲਸਫੇ 'ਚ ਵਿਸ਼ਵਾਸ ਆ। ਜੇ ਪੋਲਿਟਿਕਸ ਕਰਨੀ ਆ ਫਿਰ ਗੱਲ ਹੋ ਰਿਹਾ। ਦੇਖੋ, ਇੱਕ ਗੱਲ ਸਮਝ ਲਓ, ਲੋਕਾਂ ਨੇ ਭਗਵੰਤ ਮਾਨ ਨੂੰ ਸਰਕਾਰ ਦਾ ਇੱਕ ਮੁੱਖ ਅਹਿਮ ਲੀਡਰ ਬਣਾਇਆ। ਯਾਨੀ ਚੀਫ ਮਿਨਿਸਟਰ ਤੋਂ ਉੱਪਰ ਤੇ ਕੋਈ ਸੂਬੇ ਦੇ ਵਿੱਚ ਜਿਹੜੀ ਸਰਕਾਰ ਦਾ ਹੈੱਡ ਕੋਈ ਹੁੰਦਾ ਨਹੀਂ, ਤੇ ਉਹ ਹੋਮ ਮਿਨਿਸਟਰ ਵੀ ਹੈ। ਉਹਨਾਂ ਨੂੰ ਸਰਕਾਰ ਦਾ ਅਹੁਦਾ ਦਿੱਤਾ ਆ, ਪ੍ਰਧਾਨ ਬਣਾਇਆ ਜਾਂ ਚੀਫ ਮਿਨਿਸਟਰ ਬਣਾਇਆ, ਨਾ ਕਿ ਉਹਨਾਂ ਨੇ ਐਸਜੀਪੀਸੀ ਦੀ ਇਹਨਾਂ ਨੂੰ ਚੁਣਿਆ। ਇਹ ਰੋਜ਼ ਪੰਗੇ, ਐਸਜੀਪੀਸੀ ਆ ਹੋ ਗਿਆ। ਤੁਸੀਂ ਇੱਥੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਕਿ ਤੁਸੀਂ ਆਰਡਰ ਕਰਦੇ ਫਿਰਦੇ, ਇੰਜ ਨਹੀਂ ਇੰਜ ਕਰੋ, ਇੰਜ ਨਹੀਂ ਇੰਜ ਕਰੋ। ਭਾਈ, ਧਰਮ ਇੱਕ ਆਪਣੀ ਜਗ੍ਹਾ, ਉਹਨਾਂ ਨੂੰ ਆਪਣੇ ਤੌਰ ਤੇ ਕਰਨ ਦਿਓ। ਉਹਨਾਂ ਦੀ ਚੁਣੀ ਹੋਈ ਪਾਰਲੀਮੈਂਟ ਹੈਗੀ ਹੈ, ਤੁਸੀਂ ਪੰਗੇ ਕਿਉਂ ਲੈਨੇ ਉਹਦੇ 'ਚ ਜਾ ਕੇ? ਉਹਦੇ 'ਚ ਵੀ ਅਲੱਗ-ਅਲੱਗ ਪਾਰਟੀਆਂ ਦੇ ਬੰਦੇ। ਕੱਲ ਨੂੰ ਤੁਸੀਂ ਕਸ਼ਹਿਰਾ ਪਾ ਕੇ ਜਾਓ, ਉਹਦੇ ਵਿੱਚ ਜਾ ਵੜੋ, ਤੁਹਾਨੂੰ ਕੋਈ ਰੋਕਦਾ? ਛੱਡ ਦਿਓ ਆਮ ਆਦਮੀ ਪਾਰਟੀ ਵਾਲਾ ਝਾੜੂ, ਦਾੜੀ ਰੱਖ ਲਓ, ਵਾਵਾ ਸੰਘਣੀ ਆਊਗੀ ਤੁਹਾਨੂੰ। ਉਹ ਹੋ ਸਕਦਾ ਕਿ ਫਿਰ ਆ ਜਿਹੜੀ ਕਾਲੀ ਕਰਨ ਵਾਲੀ ਹਟਾਉਣੀ ਪਵੇ, ਕਿਉਂਕਿ ਉਹਦੇ ਚੰਗਾ ਨਹੀਂ ਲੱਗਦਾ। ਫਿਰ ਲੋਕ ਸਿੱਖ ਮਹਿਸੂਸ ਬੁਰਾ ਕਰਦੇ ਆ। ਚਿੱਟੀ ਦਾੜੀ ਨਾਲ ਹੋਰ ਵੀ ਫੱਬਣਗੇ। ਤੇ ਤੁਸੀਂ ਕਸ਼ਹਿਰਾ ਪਾ ਕੇ, ਗਾਤਰਾ ਪਾ ਕੇ ਐਸਜੀਪੀਸੀ ਦੇ ਵਿੱਚ ਜਾ ਵੜੋ, ਉੱਥੇ ਪ੍ਰਧਾਨ ਬਣ ਜਾਓ, ਉੱਥੇ ਕਰੋ ਜੋ ਜਿਹੜੀਆਂ ਵੀ ਤਬਦੀਲੀਆਂ ਤੁਸੀਂ ਕਰ ਸਕਦੇ। ਉੱਥੇ ਅਕਾਲੀ ਵੀ ਹੈਗੇ ਆ, ਉੱਥੇ ਕਾਂਗਰਸ ਵੀ ਹੈਗੇ ਆ, ਉੱਥੇ ਟੌੜੇ ਵਾਲੇ ਵੀ ਹੈਗੇ ਆ, ਉੱਥੇ ਢੀਂਡਸੇ ਹੋਣਾ ਦੇ ਵੀ ਹੋਣਗੇ। ਕਿਹੜੇ ਬੰਦੇ ਦੇ ਇੱਥੇ ਅੰਦਰ ਉਸ ਪਾਰਲੀਮੈਂਟ 'ਚ ਬੰਦੇ ਨਹੀਂ ਹੈ? ਸਾਰੇ ਹੈ, ਆਜ਼ਾਦ ਵੀ ਹੈਗੇ। ਤੁਸੀਂ ਉਸ ਗੱਲ ਲਈ ਮੇਰੀ ਬੇਨਤੀ ਇੰਨੀ ਹੈਗੀ ਹੈ ਕਿ ਉਸ ਨੂੰ ਇਸ ਗੱਲ ਦੇ ਨਾਲ ਨਾ ਰਲ ਗੱਡ ਕੀਤਾ ਜਾਏ, ਤੇ ਉਹ ਖੁਦ ਆਪਣੇ ਫੈਸਲੇ ਲੈਣ ਲਈ ਸક્ષਮ ਹੈਗੇ ਆ ਧਰਮ ਬਾਰੇ, ਹੈ ਨਾ ਸੁਖਵਿੰਦਰ? ਚੁਣੀ ਹੋਈ ਸਰਕਾਰ ਨੂੰ ਕਿਸੇ ਵੀ ਧਰਮ ਬਾਰੇ ਬਿਲਕੁਲ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਅੱਜ ਤੇ ਸਿੱਖੀ ਦਾ ਮਾਮਲਾ, ਔਰ ਉਹ ਸਿੱਖੀ ਦੇ ਵਿੱਚ ਵੀ ਸਿਰਫ ਦਰਬਾਰ ਸਾਹਿਬ ਦਾ, ਜਿਵੇਂ ਤੁਸੀਂ ਕਿਹਾ, ਬਿਲਕੁਲ ਇਹ ਠੀਕ ਗੱਲ ਆ, ਉਹਦੇ ਤੇ ਪੰਗਾ ਪਾਇਆ ਹੋਇਆ ਸਾਰਾ। ਕੱਲ ਨੂੰ ਇਹ ਕ੍ਰਿਸਚੀਅਨ ਦਾ ਹੋ ਜਾਊਗਾ, ਪਰਸੋਂ ਨੂੰ ਇਹ ਕਿਸੇ ਹੋਰ ਦਰਗਿਆਨਾ ਮੰਦਿਰ ਦਾ ਹੋ ਜਾਊਗਾ, ਚੌਥੇ ਨੂੰ ਕੋਈ ਹੋਰ ਕਿਸੇ ਦਾ ਰਵਿਦਾਸ ਮੰਦਿਰ ਦਾ ਹੋ ਜਾਊਗਾ। ਇਹ ਕੀ ਕੰਮ ਆ ਤੁਹਾਡਾ? ਤੁਸੀਂ ਸਾਰਿਆਂ ਦੇ, ਸਾਰੀਆਂ ਪਾਰਟੀਆਂ ਦੇ, ਸਾਰਿਆਂ ਫਿਰਕਿਆਂ ਦੇ, ਸਾਰੇ ਧਰਮਾਂ ਦੇ ਇਕੁਅਲ ਮਤਲਬ ਰਿਸਪੈਕਟੇਬਲ ਲੀਡਰ ਹੈਗੇ ਆ। ਇੱਕ ਚੁਣੇ ਹੋਏ ਸਰਕਾਰ ਦੇ ਨੁਮਾਇੰਦੇ ਆ, ਸਭ ਤੋਂ ਅਹਿਮ ਅਹੁਦੇ ਤੇ ਬੈਠੇ। ਜੇ ਇਹਨਾਂ ਨੇ ਕਰਨਾ ਹੀ ਆ, ਇਹਨਾਂ ਨੂੰ ਬਹੁਤ ਧਰਮ ਦੇ ਵਿੱਚ ਦਿਲਚਸਪੀ ਨਵੀਂ ਪੈਦਾ ਹੋ ਗਈ ਹੈ। ਤੁਹਾਡੇ ਸਾਹਮਣੇ ਸਿੱਖ ਜਾਂ ਮਾਨਵਵਾਦੀ ਕਹੋ, ਸਿੱਖ ਵੀ ਨਾ ਕਹੋ, ਮਾਨਵਵਾਦੀ ਕਦਰਾਂ ਕੀਮਤਾਂ ਦੇ ਉਲਟ ਇੱਥੇ ਜਿਹੜੇ ਕ੍ਰਿਸਚੀਅਨ ਕਈ ਪਖੰਡੀ, ਮੈਂ ਉਹ ਕ੍ਰਿਸਚੀਅਨ ਨਹੀਂ ਕਹਿੰਦਾ ਜਿਹੜੇ ਕ੍ਰਿਸਚੀਅਨ ਬਣਦੇ ਆ ਜਾਂ ਲੋਕ ਐਕਸੈਪਟ ਕਰਦੇ ਆ, ਜਿਹੜੇ ਇੱਕ ਵਹਿਮਾਂ ਭਰਮਾਂ 'ਚ ਫਸਾ ਕੇ ਕਿ ਤੁਹਾਡਾ
ਇਲਾਜ ਕਰ ਦਿਆਂਗੇ, ਤੁਹਾਡੀ ਕਿਡਨੀ ਹੈ ਜੇ ਠੀਕ ਹੋ ਜੂ, ਮੰਤਰ ਪੜ੍ਹ ਕੇ ਤੁਹਾਨੂੰ, ਤੁਸੀਂ ਇੱਕ ਵਾਰੀ ਜੁਆਇਨ ਕਰੋ, ਤੁਹਾਨੂੰ ਮਿਲੂਗਾ, ਹੋ ਜਾਊਗਾ। ਜਿਹਦੇ ਇਹੋ ਜਿਹੇ ਭਰਮਾਂ ਭੁਲੇਖਿਆਂ ਤੇ ਪਖੰਡੀਆਂ ਦੇ ਵਿਰੁੱਧ ਗੁਰੂ ਨਾਨਕ ਦੇਵ ਜੀ ਲੜੇ, ਭਾਵੇਂ ਉਹ ਕਿਸੇ ਵੀ ਮੱਠ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਸਮੁਦਾਇ ਦੇ ਸੀਗੇ। ਤੁਸੀਂ ਉਹਨਾਂ ਨੂੰ ਕਿਉਂ ਨਹੀਂ ਡਾਂਟਦੇ ਵੀ ਆਹ ਕੰਮ ਬੰਦ ਕਰਾਓ ਵੀ ਪੰਜਾਬ ਦੇ ਵਿੱਚ? ਕਦੀ ਦਿਓ ਸਟੇਟਮੈਂਟ, ਲੋਕ ਵੀ ਖੁਸ਼ ਹੋਣ ਵੀ ਹਾਂ ਸਾਡੀ ਗਰੀਬ ਜਨਤਾ ਨੂੰ, ਜਿਨ੍ਹਾਂ ਕੋਲ ਪੈਸੇ ਇਲਾਜ ਕਰਾਉਣ ਜੋਗੇ ਨਹੀਂ, ਇਸ ਗੱਲ ਦੇ ਭਰਮਾਂ ਚ ਪਾ ਕੇ ਉਹਨਾਂ ਨੂੰ ਕ੍ਰਿਸਚੀਅਨ ਬਣਾਇਆ ਜਾ ਰਿਹਾ। ਨਾ ਕ੍ਰਿਸਚੀਅਨ ਦੇ ਲੀਡਰ ਇਸ ਗੱਲ ਨੂੰ ਮੰਨਦੇ, ਉਹਨਾਂ ਨੂੰ ਉਹ ਵੀ ਨਹੀਂ ਮੰਨਦੇ। ਕ੍ਰਿਸਚੀਅਨ ਵੀ ਕਹਿੰਦੇ ਯਾਰ ਸਾਡੇ ਦੇ ਧਰਮ ਵਿੱਚ ਇਹੋ ਜੀ ਕੋਈ ਗੱਲ ਨਹੀਂ, ਇਹ ਕੋਈ ਪਤਾ ਨਹੀਂ ਕਿਹੜੇ ਬੰਦੇ ਆ ਜਿਹੜੇ ਇਸ ਪਾਸੇ ਨੂੰ ਸਾਡੇ ਨਾਂ ਨੂੰ ਵਰਤ ਕੇ ਲੋਕਾਂ ਦਾ ਬੇਵਕੂਫ ਬਣਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਤੇ ਇੱਕ ਪੋਲੀਟੀਕਲ ਸ਼ਕਤੀ ਤਿਆਰ ਕਰ ਰਹੇ ਆਪਣੇ ਤੌਰ ਤੇ। ਇਹ ਸਾਰਿਆਂ ਦੀਆਂ ਕੀ ਰੂਟਸ ਕੀ ਨਹੀਂ ਉਹ ਛੱਡੋ, ਪਰ ਲੋਕਾਂ ਦਾ ਤੇ ਬੇਵਕੂਫ, ਗਰੀਬਾਂ ਦਾ, ਵਲਨਰੇਬਲ ਲੋਕਾਂ ਦਾ ਬਣਾਇਆ ਜਾ ਰਿਹਾ। ਤੁਸੀਂ ਐਜ਼ ਏ ਲੀਡਰ ਸਰਕਾਰ ਦੇ ਕਦੀ ਕੋਈ ਬਿਆਨ ਦਿੱਤਾ, ਕਦੀ ਕੋਈ ਗੱਲ ਕੀਤੀ? ਇਸ ਲਈ ਉਹਦੇ ਮਾਮਲੇ ਉਹ ਪਾਰਲੀਮੈਂਟ ਉਹਨਾਂ ਦੀ ਐਸਜੀਪੀਸੀ ਡਿਸਾਈਡ ਕਰੇ, ਤੇ ਉਹ ਚੁਣੇ ਹੋਏ ਆ, ਤੁਸੀਂ ਉਸ ਦੇ ਵਿੱਚ ਬਿਲਕੁਲ ਦਖਲ ਦੇਣਾ ਬੰਦ ਕਰੋ। ਔਰ ਮੇਰਾ ਖਿਆਲ ਹੈ ਕਿ ਕੀਤਾ, ਬਾਦਲਾਂ ਨੂੰ ਇੰਜ ਕੀਤਾ, ਪੀਟੀਸੀ ਤੋਂ ਕੀਤਾ। ਦੂਸਰੀ ਗੱਲ, ਮੈਂ ਅੱਜ ਉਹ ਬਿਆਨ ਲੱਭ ਰਿਹਾ ਸੀ, ਮੈਨੂੰ ਐਸਜੀਪੀਸੀ ਵੱਲੋਂ ਜਾਂ ਧਾਮੀ ਹੁਣਾਂ ਵੱਲੋਂ ਬਿਆਨ ਨਹੀਂ ਆਇਆ। ਮੇਰਾ ਖਿਆਲ ਧਾਮੀ ਹੁਣਾਂ ਨੂੰ ਇੱਕ ਬਿਆਨ ਤੇ ਦੇ ਦੇਣਾ ਚਾਹੀਦਾ ਕਿ ਅਸੀਂ ਹੁਣ YouTube ਤੇ ਚੈਨਲ ਸ਼ੁਰੂ ਕਰਤਾ, ਅਸੀਂ ਲਾਈਵ ਸਟ੍ਰੀਮਿੰਗ ਕਰਾਂਗੇ, ਉਥੋਂ ਕੋਈ ਵੀ ਚੈਨਲ ਸਾਡੀਆਂ ਹਦਾਇਤਾਂ ਮੁਤਾਬਕ ਕਿ ਸਾਡੀਆਂ ਲਿਮਿਟੇਸ਼ਨਸ ਹੈ, ਉਹਦੇ ਵਿੱਚ ਰਹਿੰਦੇ ਹੋਏ ਜਿਹੜੇ ਚੈਨਲ ਨੇ ਕਰਨਾ ਕਰੀ ਜਾਏ। ਅਸੀਂ ਕਿਸੇ ਨੂੰ ਕੁਝ ਨਹੀਂ ਰੋਕਦੇ, ਕਿਸੇ ਨੂੰ ਇਹ ਤੇ ਉਹਨਾਂ ਦੀ ਸੇਵਾ ਤੇ ਉਹਨਾਂ ਦੀ ਬਾਣੀ ਨੂੰ ਉਹ ਤੇ ਫੈਲਾਉਣਾ। ਜੇ ਆਪਣਾ ਸੈਟੇਲਾਈਟ ਚੈਨਲ ਨਹੀਂ ਹੈ ਤੇ ਬਾਕੀ ਸੈਟੇਲਾਈਟ ਚੈਨਲ ਜਿਹੜੇ ਹੈਗੇ ਆ ਉਹਨਾਂ ਨੂੰ ਉੱਥੋਂ ਚੱਕ ਕੇ, ਤਾਂ ਮੈਨੂੰ ਨਹੀਂ ਪਤਾ ਚੱਕਿਆ ਜਾ ਸਕਦਾ ਕਿ ਨਹੀਂ, ਮੈਂ ਕੋਈ ਟੈਕਨੀਕਲ ਬੰਦਾ ਨਹੀਂ, ਪਰ ਉਹ ਜਦੋਂ ਲਾਈਵ ਸਟ੍ਰੀਮਿੰਗ ਕਰਦੇ ਆ ਉੱਥੋਂ ਜਿਹੜਾ ਵੀ ਬੰਦਾ ਲੈ ਲੇ, ਪਰ ਇਹਨਾਂ ਦੀਆਂ ਇੰਸਟਰਕਸ਼ਨਾਂ ਫਾਲੋ ਕਰੇ। ਜੇ ਇਹਨਾਂ ਨੂੰ ਕੋਈ ਰਿਪੋਰਟ ਆਏ ਕਿ ਉਹ ਪੈਸਾ ਲੈ ਰਹੇ ਆ ਜਾਂ ਉਹਦੇ ਤੇ ਨਾਲ ਕੋਈ ਗੰਦੀਆਂ ਐਡਵਰਟਾਈਜ਼ਮੈਂਟ ਦੇ ਰਹੇ ਆ, ਤਾਂ ਉਹਨਾਂ ਨੂੰ ਬਿਲਕੁਲ ਉਸੇ ਵੇਲੇ ਬਲੈਕਲਿਸਟ ਕਰ ਦੇਣਾ ਚਾਹੀਦਾ। ਜਿਹਨੂੰ ਮੈਨੂੰ ਨਹੀਂ ਲੱਗਦਾ ਬਹੁਤੇ ਅੱਗੇ ਆਉਣਗੇ, ਕਿਉਂਕਿ ਉਹ ਤੇ ਇੱਕ ਮਿੰਟ ਦਾ ਪੈਸਾ ਜਿਹੜਾ ਇਕੱਠਾ ਕਰਨ ਲਈ ਬੈਠੇ ਹੋਏ ਚੈਨਲ, ਕਮਰਸ਼ੀਅਲ ਚੈਨਲ। ਇਸ ਲਈ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਨੂੰ ਇਸ ਪਾਸੇ ਧਰਮ ਵੱਲ ਜਾਣ, ਬੀਜੇਪੀ ਤੇ ਛੱਡ ਦੇਣ। ਹਾਂ, ਜੇ ਇਹਨਾਂ ਨੂੰ ਅਮਿਤ ਸ਼ਾਹ ਬਾਰ-ਬਾਰ ਕਹਿੰਦਾ ਕਿ ਪੰਗੇ ਲਓ, ਫਿਰ ਇਹੀ ਦੱਸ ਸਕਦੇ ਆ ਕਿ ਕੀ ਇਹੋ ਜੀ ਗਲਤ ਨਹੀਂ ਹੈ, ਕਿਉਂਕਿ ਉਹਨਾਂ ਦੀ ਪੋਲਿਟਿਕਸ ਤੇ ਹੈ ਹੀ ਧਰਮ ਦੇ ਨਾਲ। ਬਿਲਕੁਲ। ਇਹ ਵੈਸੇ ਜੋ ਤੁਸੀਂ ਗੱਲ ਕਹੀ ਹੈ ਨਾ, ਮੈਂ ਸੁਣ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਉਹ ਕਹਿ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਐਸਜੀਪੀਸੀ ਨੂੰ ਇਦਾਂ ਹੀ ਕਰਨਾ ਚਾਹੀਦਾ, ਸਾਰਿਆਂ ਨੂੰ ਲਿੰਕ ਦੇ ਦੇਣ। ਹੁਣ ਪਤਾ ਨਹੀਂ ਐਸਜੀਪੀਸੀ ਦੀ ਕੀ ਮਜਬੂਰੀ ਹੈ ਕਿ ਜਥੇਦਾਰ ਸਾਹਿਬ ਹੋਰਾਂ ਨੇ ਜੋ ਕੁਝ ਕਿਹਾ ਕਿ ਤੁਸੀਂ ਜੀ ਸੈਟੇਲਾਈਟ ਚੈਨਲ ਉਹਨਾਂ ਚਿਰ ਚੱਲਣ ਦਿਓ, ਉਹਨਾਂ ਨੇ ਕੋਈ ਪੀਟੀਸੀ ਦਾ ਜ਼ਿਕਰ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਚਿੱਠੀ 'ਚ ਵੀ ਇਸੇ ਗੱਲ ਦਾ ਜ਼ਿਕਰ ਹੈ। ਪਰ ਐਸਜੀਪੀਸੀ ਵਾਰ-ਵਾਰ ਪੀਟੀਸੀ ਦੇ ਦੁਆਰੇ ਕਿਉਂ ਜਾਂਦੀ ਹੈ, ਇਹ ਆਪਣੇ ਆਪ ਬਹੁਤ ਵੱਡਾ ਸਵਾਲ ਹੈ। ਇਹ ਵੀ ਵੱਖਰੀ ਇੱਕ ਚਰਚਾ ਮੰਗਦਾ ਹੈ, ਪਰ ਬਹੁਤ ਹੋ ਵੀ ਚੁੱਕੀ ਹੈ, ਸਵਾਲਾਂ ਦੇ ਜਵਾਬ ਵੀ ਮਿਲ ਚੁੱਕੇ ਨੇ। ਪਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਇੱਧਰ ਟੱਕਰਾਂ ਮਾਰਨ ਦੀ ਬਜਾਏ ਤੁਸੀਂ ਇੱਕ ਨਵੀਂ ਲੀਹ ਤਿਆਰ ਕਰ ਲਓ, ਹੋਰ ਥਾਵਾਂ ਤੇ ਕੈਮਰੇ ਲਾ ਲਓ, ਤੁਹਾਡੇ ਕੋਲੇ ਤਾਂ ਪ੍ਰਬੰਧ ਹੈ, ਹੋਰ ਗੁਰੂ ਘਰਾਂ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ। ਇਹ ਸਾਰਾ ਕੁਝ ਹੋ ਸਕਦਾ, ਲੋਕਾਂ ਨੂੰ ਗੁਰਬਾਣੀ ਸੁਣਾਉਣੀ ਹੈ, ਪਰ ਜੇ ਸਿੱਧੇ ਤੌਰ ਤੇ ਕੋਈ ਸਿਆਸੀ ਸੱਟ ਮਾਰਨੀ ਹੈ ਤਾਂ ਉਹਦੇ ਵਿੱਚ ਗੁਰੂ ਘਰ ਨੂੰ ਨਾ ਇਨਵੋਲਵ ਕੀਤਾ ਜਾਵੇ, ਕਿਉਂਕਿ ਲੋਕਾਂ ਦੀ ਸ਼ਰਧਾ, ਲੋਕ ਉਹਨਾਂ ਇੱਕ ਸ਼ੱਕੀ ਨਜ਼ਰੀਏ ਦੇ ਨਾਲ ਦੇਖਦੇ ਨੇ। ਜਦੋਂ ਗੁਰਬਾਣੀ ਚੱਲਦੀ ਹੈ, ਇਹੀ ਲੋਕਾਂ ਦੇ ਮਨਾਂ 'ਚ ਚੱਲਦਾ ਕਿ ਕੱਲ ਨੂੰ ਪਤਾ ਨਹੀਂ ਕੀ ਹੋਣਾ, ਕਿੱਥੇ ਗੁਰਬਾਣੀ ਚੱਲਣੀ ਹੈ। ਇਹ ਬਹੁਤ ਵੱਡਾ ਇੱਕ ਮੁੱਦਾ ਬਣ ਚੁੱਕਿਆ ਪੰਜਾਬ ਤੇ ਵਿਸ਼ਵ ਭਰ 'ਚ ਵਸਦੇ ਸਿੱਖਾਂ ਦੇ ਲਈ। ਧਿਆਨ ਰੱਖਣਾ ਪੈਣਾ ਇਸ ਮਸਲੇ ਉੱਤੇ। ਅਗਲੀ ਗੱਲ ਪ੍ਰੋਫੈਸਰ ਸਾਹਿਬ ਇਹ ਆ ਕਿ ਸੱਟ ਤਾਂ ਚਲੋ ਮਾਰਨੀ ਹੈ ਅਕਾਲੀ ਦਲ ਵਾਲੇ ਮਸਲੇ ਦੇ ਉੱਤੇ। ਮੋਦੀ ਸਾਹਿਬ ਨੇ ਕਹਿੰਦੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਕੰਨ 'ਚ ਫੂਕ ਮਾਰਤੀ ਕਿ ਅਸਲੀ ਜਿਹੜੇ ਅਕਾਲੀ ਦਲ ਦੇ ਵਾਰਿਸ ਤਾਂ ਤੁਸੀਂ ਹੋ। ਹੁਣ ਸੁਖਬੀਰ ਸਿੰਘ ਬਾਦਲ ਇਹਨੂੰ ਕਿੱਦਾਂ ਲੈਂਦੇ ਨੇ ਜਾਂ ਅੱਗੇ ਜਾ ਕੇ ਕੀ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਬਣਦੇ ਨੇ, ਕੋਈ ਸੌਖਾ ਨਹੀਂ ਲੱਗਦਾ। ਪਰ ਜਿਵੇਂ ਜਿਸ ਤਰੀਕੇ ਨਾਲ ਸੁਖਦੇਵ ਢੀਂਡਸਾ ਕਹਿ ਰਹੇ ਨੇ, ਏਦਾਂ ਲੱਗਦਾ ਕਿ ਓਵਰ ਕੌਨਫੀਡੈਂਸ ਹੋ ਸਕਦਾ ਕਿ ਬਾਕੀ ਧਿਰਾਂ ਤੁਹਾਡੇ ਨਾਲ ਕਿੱਦਾਂ ਜੁੜਨਗੇ, ਤੁਹਾਡੇ ਕੋਲ ਇਹੋ ਜੀ ਕਿਹੜੀ ਤਾਕਤ ਹੈ। ਸਿਰਫ ਮੋਦੀ ਸਾਹਿਬ ਦਾ ਸਿਰ ਤੇ ਹੱਥ ਹੋਣਾ, ਇਹ ਤਾਂ ਕੋਈ ਅਕਾਲੀ ਦਲ ਜਾਂ ਪੰਥਕ ਸਿਆਸਤ ਦੇ ਲਈ ਕੋਈ ਬਹੁਤ ਵੱਡੀ ਗੱਲ ਨਹੀਂ। ਸੁਖਵਿੰਦਰ, ਇਹ ਬੜੀ ਦੁੱਖ ਦੀ ਗੱਲ ਆ ਕਿ ਹੁਣ ਅਕਾਲੀ ਦਲ ਅਸਲੀ ਤੇ ਨਕਲੀ ਕੌਣ ਆ, ਉਹ ਪੰਜਾਬ ਦੇ ਲੋਕ ਜਾਂ ਇੱਥੋਂ ਦੇ ਜਿਹੜੇ ਪੰਥਕ ਲੋਕ ਉਹ ਨਹੀਂ ਫੈਸਲਾ ਕਰਨਗੇ। ਉਹ ਮੋਦੀ ਦੱਸੂਗਾ ਕਿ ਕਿਹਨੂੰ ਮੈਂ, ਉਹ ਜਿਸ ਤਰ੍ਹਾਂ ਵੀਜ਼ਾ ਦੇਣਾ ਹੁੰਦਾ ਵੀ ਕਿਹਨੂੰ ਮੈਂ ਉੱਪਰ ਮੋਹਰ ਲਾ ਕੇ ਸੈਂਕਸ਼ਨ ਕਰਦਾ ਕਿ ਅਸਲੀ ਅਕਾਲੀ ਦਲ ਆ, ਨਕਲੀ ਅਕਾਲੀ ਦਲ ਆ, ਪ੍ਰਕਾਸ਼ ਸਿੰਘ ਬਾਦਲ ਵਾਲਾ ਆ, ਦੂਸਰਾ ਜਾਲੀ ਹੈਗਾ। ਤੇ ਬੜੀ ਅਫਸੋਸ ਦੀ ਗੱਲ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦੂਜੇ ਦਾ, ਇੱਕ ਉਸ ਕਿਸਮ ਦੇ ਬੰਦਿਆਂ ਦਾ ਜਾਂ ਉਸ ਕਿਸਮ ਦੀ ਧਿਰ ਦਾ ਸਰਟੀਫਿਕੇਟ ਲੈ ਕੇ, ਜਿਹੜਾ ਵੈਸੇ ਹੀ ਸਿੱਖੀ ਅਸੂਲਾਂ ਦੇ ਬਿਲਕੁਲ ਵਿਪਰੀਤ ਚੱਲ ਰਿਹਾ, ਜਿਹੜਾ ਮਣੀਪੁਰ ਦੇ ਕੇਸਾਂ ਵਿੱਚ ਫਸਿਆ ਹੋਇਆ,
ਜਿਹਦੀ ਥੂ ਥੂ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਹੋ ਰਹੀ, ਉਸ ਦੇ ਸਰਟੀਫਿਕੇਟ ਨਾਲ ਤੁਸੀਂ ਆਪਣੇ ਆਪ ਨੂੰ ਇਹ ਕਹਿ ਕੇ ਖੁਸ਼ ਹੋ ਰਹੇ ਆ ਕਿ ਮੈਂ ਤੇ ਅਸਲੀ ਆ, ਉਹ ਤੇ ਨਕਲੀ ਆ, ਕਿਉਂਕਿ ਉਹਨਾਂ ਬੰਦਿਆਂ ਨੇ ਕਹਿ ਦਿੱਤਾ, ਜਿਹੜੇ ਬੰਦੇ ਜਿਨ੍ਹਾਂ ਦੇ ਨਾਲ ਇਹ ਸੱਤਾ ਦਾ ਭੋਖੜਾ ਲੈ ਕੇ ਪੇਸ਼ ਹੁੰਦੇ ਆ। ਇੱਕ ਪ੍ਰੋਫੈਸਰ ਬੜੀ ਖਾਸ ਗੱਲ ਮੈਂ ਸੁਣੀ, ਢੀਂਡਸਾ ਸਾਹਿਬ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਬਾਅਦ ਅਕਾਲੀ ਦਲ ਦਾ ਅਸਲੀ ਵਾਰਿਸ ਤੇ ਪੁਰਾਣਾ ਟਕਸਾਲੀ ਮਤਲਬ ਕਿ ਉਹ ਮੈਂ ਹੀ ਆ। ਮਤਲਬ ਕਿ ਤੁਸੀਂ ਮੰਨਦੇ ਹੋ ਕਿ ਬਾਦਲ ਸਾਹਿਬ ਨੇ ਜੋ ਕੀਤਾ ਜਾਂ ਜਿਹੜਾ ਅਕਾਲੀ ਦਲ ਉਹ ਚਲਾ ਰਹੇ ਸੀ ਉਹ ਸਹੀ ਸੀ, ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਤਲਬ ਕਿ ਉਹਨਾਂ ਪਦ ਜਿਨ੍ਹਾਂ ਦੇ ਚੱਲਦੇ ਤੁਸੀਂ ਗਾਹ ਤੁਰੋਗੇ। ਤੁਸੀਂ ਆਪਣੇ ਅਕਾਲੀ ਦਲ ਨੂੰ ਇੰਨਾ ਮਜ਼ਬੂਤ ਕਿਉਂ ਨਹੀਂ ਕਰ ਸਕਦੇ? ਬਾਕੀ ਬਹੁਤ ਅਕਾਲੀ ਦਲ ਨੇ, ਪਰ ਤੁਹਾਨੂੰ ਉਹੀ ਅਕਾਲੀ ਦਲ ਕਿਉਂ ਚਾਹੀਦਾ? ਨਹੀਂ ਨਹੀਂ, ਦੇਖੋ ਇਹਦੇ ਜਿਹੜਾ ਵੀ ਬਾਹਰ ਨਿਕਲਦਾ ਹੁੰਦਾ, ਭਾਵੇਂ 80% ਦੂਜੇ ਪਾਸੇ ਲੋਕ ਹੋਣ, 20% ਸਪਲਿਟ ਵਾਲੇ ਚ ਹੋਣ, ਉਹ ਕਹਿੰਦਾ ਨਾ ਮੈਂ ਅਸਲੀ ਆ। ਹੁਣ ਇਹ ਅਸਲੀ ਦੀ ਡੈਫੀਨੇਸ਼ਨ ਤੇ ਮੈਨੂੰ ਅਜੇ ਤੱਕ ਸਮਝ ਨਹੀਂ ਆ। ਪਿਓ ਪੁੱਤ ਬਾਹਰ ਆਏ ਆ, ਇਹ ਅਸਲੀ ਆ, ਤੇ ਜਿਹੜੇ ਉੱਥੇ ਇੰਨੇ ਸਾਰੇ ਅਜੇ ਗਰੁੱਪ ਬੈਠਾ ਉਹ ਨਕਲੀ ਆ। ਇੱਕ ਉਹ ਉਧਰ ਬ੍ਰਹਮਪੁਰੇ ਹੋਣੀ ਗਏ ਸੀਗੇ, ਉਹ ਤੇ ਚਲੋ ਬ੍ਰਹਮਪੁਰੇ ਹੋਣੀ ਤੇ ਸਾਡੇ ਚ ਨਹੀਂ ਰਹੇ, ਉਹ ਬੰਦੇ ਹੁਣ ਕਿਹੜੇ ਕਿੱਧਰ ਚਲੇ ਗਏ ਮੈਨੂੰ ਨਹੀਂ ਪਤਾ, ਮੁੜ ਕੇ ਅੱਜ ਤੱਕ ਕੋਈ ਖਬਰ ਨਹੀਂ ਸੁਣਦੇ। ਹਾਂ ਉਹ ਵਾਪਸ ਬਾਦਲ ਸਾਹਿਬ ਦੇ ਹੁੰਦੇ ਵਾਪਸ ਆ ਗਏ ਸੀ। ਹਾਂ ਹਾਂ, ਤਾਂ ਇਸੇ ਤਰੀਕੇ ਨਾਲ ਹੁਣ ਬੀਬੀ ਜਗੀਰ ਕੌਰ ਹੁਣੀ ਕੱਲ ਨੂੰ ਕਿੱਧਰ ਨੂੰ ਜਾਣਗੇ, ਘਰ ਵਾਪਸੀ ਹੋਊਗੀ ਜਾਂ ਕੀ ਹੋਊਗੀ, ਇਹ ਪਤਾ ਨਹੀਂ ਹੈਗਾ। ਇਹ ਅਸਲੀ ਵਾਲਾ ਜਿਹੜਾ ਚੱਕਰ ਆ ਨਾ, ਮੈਂ ਇਹੀ ਤੇ ਕਹਿਣਾ, ਇਹ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਅਕਾਲੀ ਦਲ ਰੱਖਣਾ ਜਾਂ ਨਹੀਂ ਰੱਖਣਾ। ਜੇ ਰੱਖਣਾ ਤੇ ਅਸਲੀ ਕੌਣ ਆ ਤੇ ਨਕਲੀ ਕੌਣ ਆ, ਜਿਹਦੇ ਪਿੱਛੇ ਲੋਕ ਵਿਸ਼ਵਾਸ ਲੈ ਕੇ ਚੱਲਦੇ ਉਹ ਅਸਲੀ ਆ, ਦੂਜੇ ਹੈ ਨਹੀਂ। ਤੇ ਤੁਸੀਂ ਜੋ ਉੱਤੋਂ ਚੱਲੇ ਆ ਆਪਣੇ ਸਰਕਾਰੋਂ ਆਪਣੀ ਮੋਹਰ ਲਵਾਉਣ ਲਈ, ਇਹ ਉਹੋ ਜੀ ਗੱਲ ਆ ਕਿ ਸ਼ਹੀਦ ਭਗਤ ਸਿੰਘ ਨੂੰ ਸਰਕਾਰ ਸ਼ਹੀਦ ਕਰਾਰ ਦੇਵੇ, ਫਿਰ ਰਹਿ ਗਿਆ ਸ਼ਹੀਦ ਭਗਤ ਸਿੰਘ, ਫਿਰ ਤੇ ਬਣ ਗਿਆ ਸ਼ਹੀਦ ਭਗਤ ਸਿੰਘ। ਭਈ ਸ਼ਹੀਦ ਭਗਤ ਸਿੰਘ ਤੇ ਲੋਕਾਂ ਦੇ ਹਰਮਨ ਪਿਆਰੇ, ਦਿਲ ਦੇ ਵਿੱਚ ਨੌਜਵਾਨਾਂ ਲਈ ਇੱਕ ਜੋਸ਼ ਦਾ, ਇੱਕ ਸਮਝਦਾਰੀ ਦਾ, ਇੱਕ ਬਹਾਦਰੀ ਦਾ, ਇੱਕ ਦੇਸ਼ ਭਗਤੀ ਦਾ ਸਿੰਬਲ ਹੈਗੇ ਆ। ਤੇ ਤੁਸੀਂ ਉਹਦੇ ਤੇ ਉਹਨਾਂ ਦੀ ਸ਼ਹਾਦਤ ਦੀ ਮੋਹਰ ਸਰਕਾਰਾਂ ਤੋਂ ਲਵਾਓਗੇ। ਫਿਰ ਕੱਲ ਨੂੰ ਇੰਜ ਵੀ ਕਹਿ ਦਿਓ ਕਿ ਇੱਕ ਅਸੀਂ ਉਹ ਸੂਨਕ ਨੂੰ ਜਿਹੜਾ ਹੁਣ ਵਾਲਾ ਪ੍ਰਧਾਨ ਮੰਤਰੀ ਆ ਉਹਦੀ ਵੀ ਇੱਕ ਮੋਹਰ ਨਾਲ ਲਵਾ ਦਿਓ, ਡਬਲ ਪੱਕਾ ਹੋ ਜਾਊਗਾ ਉਹ ਵੀ, ਜਿਨ੍ਹਾਂ ਨੇ ਉਹਨੂੰ ਫਾਂਸੀ ਤੇ ਲਾਇਆ ਸੀ ਵੀ ਉਹ ਤੇ ਸਾਡਾ ਸ਼ਹੀਦ ਹੈ, ਇਹਦੇ ਤੇ ਲਿਖ ਦਿਓ ਜੀ ਮੜ ਜਾ ਭਗਤ ਸਿੰਘ ਸਾਡਾ ਸ਼ਹੀਦ ਹੈਗਾ। ਸ਼ਰਮ ਕਰਨੀ ਚਾਹੀਦੀ। ਆਪਾਂ ਜਦੋਂ ਮੰਗਾਂ ਕਰਦੇ, ਉਹੋ ਜੀ ਗੱਲ ਹੈ ਕਿ ਸਾਨੂੰ ਵੀ 10 ਏਕੜ ਦੇ ਦਿਓ ਜੀ, ਜੇ ਤੁਸੀਂ ਹਰਿਆਣੇ ਵਾਲਿਆਂ ਨੂੰ ਚੰਡੀਗੜ੍ਹ 'ਚ ਦੇ ਰਹੇ। ਬੱਚਿਆਂ ਵਾਲੀਆਂ ਗੱਲਾਂ ਬਿਨਾਂ ਸੋਚਿਆ ਤੋਂ ਕਈ ਵਾਰੀ ਅਸੀਂ ਮੰਗਾਂ ਰੱਖਦੇ ਹਾਂ, ਜਿਹਦਾ ਅਰਥ ਕੋਈ ਨਹੀਂ ਹੁੰਦਾ। ਇਸ ਲਈ ਢੀਂਡਸਾ ਸਾਹਿਬ ਇੱਕ ਗੱਲ ਸਮਝ ਲੈਣ ਕਿ ਜੇ ਅਸਲੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਿਆਂ ਨੂੰ ਹੀ ਇਹ ਕਹਿੰਦੇ ਆਪਣੇ ਆਪ ਨੂੰ, ਤੇ ਫਿਰ ਉਹ ਪ੍ਰੋਬਲਮਾਂ ਵੀ ਨਾਲ ਹੀ ਲੈ ਲੈਣ, ਜਿਹੜੀ ਲੋਕਾਂ ਵੱਲੋਂ ਗੁੱਸਾ, ਨਾਰਾਜ਼ਗੀ ਸੁਖਬੀਰ ਬਾਦਲ ਹੋਣਾ ਨੂੰ ਝੱਲਣੀ ਪੈ ਰਹੀ ਹੈ, ਤੁਸੀਂ ਵੀ ਨਾਲ ਹੀ ਲੈ ਲਓ, ਕਿਉਂਕਿ ਇਹ ਗੱਲਾਂ ਇਸ ਤਰ੍ਹਾਂ ਨਹੀਂ ਬਣਦੀਆਂ। ਉਹਨਾਂ ਨੇ ਆਪਣੀ ਲੀਡਰੀ ਕੀਤੀ, ਉਹ ਚਲੇ ਗਏ, ਉਹ ਯਾਰ ਸੀਗੇ ਖਾਸਮ ਖਾਸ, ਮੋਦੀ ਜੀ ਦੇ ਆਪਣਾ ਕੰਮ ਕੱਢ ਗਏ। ਹੁਣ ਤੁਸੀਂ ਕੀ ਕਰਨਾ? ਤੁਸੀਂ ਪ੍ਰਕਾਸ਼ ਸਿੰਘ ਬਾਦਲ ਨਹੀਂ ਬਣ ਸਕਦੇ, ਤੁਸੀਂ ਤੇ ਬਹੁਤ ਹੀ ਵਲਨਰੇਬਲ ਹੈਗੇ, ਕਮਜ਼ੋਰ ਹੈਗੇ, ਤੇ ਉਹ ਕਮਜ਼ੋਰੀ ਦਾ ਤੁਹਾਡੀ ਦਾ ਫਾਇਦਾ ਲੈ ਕੇ ਤੁਹਾਨੂੰ ਥਾਪੜਾ ਦੇ ਕੇ ਸੁਖਬੀਰ ਹੁਣਾਂ ਨੂੰ ਕਾਰਨਰ ਕਰਨਾ ਚਾਹੁੰਦੇ ਸੀ ਵੀ ਅਸੀਂ ਤੁਹਾਨੂੰ ਕੱਖ ਨਹੀਂ ਸਮਝਦੇ। ਕੌਣ? ਮੋਦੀ ਜੀ। ਔਰ ਉਹਨਾਂ ਨੇ ਉਸ 18 ਵਾਲੀ मीटिंग ਜਿਹੜੀ एनडीए ਦੀ हुई ना लेके कहता कि प्रकाश सिंह बादल आप जानते हैं कि बहुत बड़े अकाली दल के लीडर थे और उनके जो उत्तराधिकारी हैं, हेयर जिन कहते हैं, वो हमारे सामने ये आए हुए, ये गल कहती। बस इत्थे इन्हां दियां ते वड़ाछां खिड़ गईयां कि लो सानू थापड़ा मिल गया, सरकारों हुण असीं नहीं दूजियां च रलदे। इहदे बारे सोच लेना चाहिए। ਬਿਲਕੁਲ ਬਿਲਕੁਲ, ਜੇ ਅਕਾਲੀ ਦਲ ਉਸੇ ਬਾਦਲ ਦੇ ਤਰਜ਼ ਦੇ ਉੱਤੇ ਵਧਣਾ ਤੇ ਫਿਰ ਉਹ ਜੋ ਖਾਮੀਆਂ ਉਹਨਾਂ ਦੀਆਂ ਸੀਗੀਆਂ ਉਹ ਸਾਰੀਆਂ ਝੱਲਣੀਆਂ ਪੈਣੀਆਂ, ਤੇ ਫਿਰ ਲੋਕ ਤੇ ਜਵਾਬ ਦੇ ਬਣਾਉਣਗੇ ਨਾ ਤੁਹਾਨੂੰ। ਗੱਲ ਇਹ ਪ੍ਰੋਫੈਸਰ, ਮੈਂ ਪੜ੍ਹ ਰਿਹਾ ਸੀਗਾ ਤੇਜਾ ਸਿੰਘ ਸਮੁੰਦਰੀ ਬਾਰੇ ਕਿ ਉਹਨਾਂ ਦਾ ਇਤਿਹਾਸ ਜੋ ਉਹਨਾਂ ਦੇ ਸਮੇਂ ਦੌਰਾਨ ਹੋਇਆ, ਜਿਵੇਂ ਉਹਨਾਂ ਨੇ ਅਕਾਲੀ ਲਹਿਰ ਨੂੰ ਲੈ ਕੇ ਜਾਂ ਹੋਰ ਜੋ ਕੁਝ ਉਹਨਾਂ ਨੇ ਯੋਗਦਾਨ ਪਾਇਆ। ਉਸ ਸਮੇਂ ਇੱਕ ਨਾਰਾ ਚੱਲਦਾ ਹੁੰਦਾ ਸੀਗਾ ਕਿ ਨਹੀਂ ਰੱਖਣੀ ਜ਼ਾਲਮ ਸਰਕਾਰ, ਨਹੀਂ ਰੱਖਣੀ। ਮਣੀਪੁਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਸੇ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ ਨੇ। FIR ਨੂੰ ਲੈ ਕੇ ਖਬਰ ਏਜੰਸੀ ਨੇ ਇੱਕ ਨੇ ਨਸ਼ਰ ਕੀਤੀ ਹੈ ਕਿ ਕੀ ਕੁਝ ਹੋਇਆ। ਕਾਰਗਿਲ ਜੰਗ ਦੇ ਵਿੱਚ ਅਸਮ ਰੈਜੀਮੈਂਟ ਦਾ ਇੱਕ ਸੂਬੇਦਾਰ, ਫੌਜ ਦੇ ਵਿੱਚ ਜਿਹੜਾ ਸ਼ਾਮਲ ਸੀਗਾ ਸੂਬੇਦਾਰ, ਉਹਦੀ ਪਤਨੀ ਜਿਹੜੀ ਔਰਤ ਉਸ ਪਰਿਵਾਰ ਦੀ, ਮਤਲਬ ਉਹਦੀ ਪਤਨੀ ਜਿਹੜੀ ਹੈ, ਉਹਨੂੰ ਵੀ ਨਗਨ ਕੀਤਾ ਗਿਆ ਸੀਗਾ। ਬਹੁਤ ਸਾਰੇ ਸਵਾਲ ਵੂਮਨ ਕਮਿਸ਼ਨ ਤੇ ਵੀ ਉੱਠ ਰਹੇ ਨੇ। ਉਹ ਕਹਿੰਦੇ ਕਿ ਅਸੀਂ ਤੇ ਇਹਨਾਂ ਤੋਂ ਜਵਾਬ ਮੰਗਦੇ ਸੀ ਸੂਬਾ ਸਰਕਾਰ ਤੋਂ। ਸੂਬਾ ਸਰਕਾਰ ਬੀਜੇਪੀ ਦੀ ਹੈ ਤੇ ਬੀਜੇਪੀ ਦੇ ਮੁੱਖ ਮੰਤਰੀ ਧੜੱਲੇ ਨਾਲ ਕਹਿ ਰਹੇ ਨੇ ਸਾਡੇ ਇੱਥੇ ਤਾਂ ਮਾਂ ਦਾ ਸਤਿਕਾਰ ਬਹੁਤ ਹੈ,
ਪ੍ਰਧਾਨ ਮੰਤਰੀ ਸਾਹਿਬ ਇਸ ਮਸਲੇ ਤੇ ਇੱਕ ਵਾਰ ਬੋਲ ਕੇ ਮੁੜ ਕੇ ਹੁਣ ਪਤਾ ਨਹੀਂ ਕਿਹੜੀਆਂ ਕਾਰਗੁਜ਼ਾਰੀਆਂ ਵਿੱਚ ਲੱਗੇ ਨੇ ਕਿ ਕਿਸ ਤਰੀਕੇ ਨਾਲ ਇਹਨੂੰ ਹੁਣ ਹੈਂਡਲ ਕਰਨਾ ਹੈ, ਕਿਵੇਂ ਇਹਦੇ ਅੱਗੇ ਆ ਕੇ ਕਾਰਵਾਈ ਕਰਨੀ ਹੈ। ਪਰ ਬੇहद ਸ਼ਰਮਨਾਕ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੱਕ ਤਰਲੇ ਕੀਤੇ ਜਾ ਰਹੇ ਨੇ ਕਿ ਕੁਝ ਕਰੋ ਇਸ ਮਸਲੇ ਦੇ ਵਿੱਚ। ਦੇਖੋ, ਇੱਕ ਤੇ ਮੁਰਮੂ ਨੂੰ ਬਿਆਨ ਦੇਣਾ ਚਾਹੀਦਾ ਜਾਂ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਕਹਿਣਾ ਚਾਹੀਦਾ, ਭਾਈ ਸੋਮਵਾਰ ਨੂੰ ਤੂੰ 11 ਵਜੇ ਜਾ ਕੇ ਆਪਣਾ ਲੋਕ ਸਭਾ ਵਿੱਚ ਪੂਰੀ ਡਿਟੇਲਡ ਸਟੇਟਮੈਂਟ ਦੇ, ਤੇ ਕਈ ਦਿਨ ਵੀ ਜੇ ਲੱਗਦੇ ਆ ਇਸ ਮਾਮਲੇ ਨੂੰ 2-4 ਦਿਨ ਲੱਗਦੇ ਡਿਸਕਸ ਕਰਨ ਲਈ, ਤੇ ਸੈਸ਼ਨ ਐਕਸਟੈਂਡ ਕਰ ਲਿਓ। ਵਿਹਲੇ ਹੀ ਆ ਬੈਠੇ ਤੁਸੀਂ ਕਿਹੜੀਆਂ ਉੱਥੇ ਮੁੰਜ ਦਲਣੀ ਆ? ਘਰ ਕੋਈ ਕੰਮ ਹੈਗਾ ਇਹਨਾਂ ਨੂੰ? ਇਸੇ ਕੰਮ ਲਈ ਚੁਣੇ ਆ, ਲੋਕਾਂ ਦੇ ਮਸਲੇ ਹੱਲ ਕਰਨ ਲਈ। ਤੇ ਉੱਥੇ ਖੁੱਲੀ ਬਹਿਸ ਇਸ ਗੱਲ ਤੇ ਹੋਣੀ ਚਾਹੀਦੀ, ਕਿਉਂਕਿ ਇਹ ਇਕੱਲਾ ਮਣੀਪੁਰ ਨਾ ਦੇਖੋ, ਆਉਣ ਵਾਲੇ ਸਮੇਂ 'ਚ ਸਾਡੇ ਦੇਸ਼ ਦੇ ਪੂਰੇ ਦੇ, ਮੈਂ ਬਾਰ-ਬਾਰ ਕਹਿ ਰਿਹਾ, ਕਈਆਂ ਸਾਲਾਂ ਤੋਂ ਕਹਿ ਰਿਹਾ, ਇਹੋ ਜਿਹੇ ਹਾਲਤ ਬਣ ਸਕਦੇ ਆ, ਕਿਉਂਕਿ ਅਸੀਂ ਹਾਲਾਤ ਪੈਦਾ ਇਹੋ ਜਿਹੇ ਲਗਾਤਾਰ ਗੋਦੀ ਮੀਡੀਆ ਰਾਹੀਂ ਔਰ ਗਲਤ ਲੋਕਾਂ ਨੂੰ ਸ਼ਹਿ ਦੇ ਕੇ ਬਣਾ ਚੁੱਕੇ ਆ। ਬੜੇ ਵਿਸਫੋਟਕ ਹਾਲਾਤ ਦੇਸ਼ ਦੇ ਅੰਦਰ ਅਸੀਂ ਪਹਿਲਾਂ ਹੀ ਬਣਾ ਚੁੱਕੇ ਆ। ਬੇਵਿਸ਼ਵਾਸੀ, ਨਫ਼ਰਤ, ਬੇਭਰੋਸਗੀ, ਇਹ ਸਾਰੀਆਂ ਗੱਲਾਂ। ਦੂਜੀ ਗੱਲ, ਉਹ ਮਾਮਲਾ ਵੀ ਹੱਥੋਂ ਬਾਹਰ ਨਿਕਲਦਾ ਜਾ ਰਿਹਾ। ਮਣੀਪੁਰ ਦਿਨ ਬਦਿਨ ਠੰਡਾ ਹੋਣ ਦੀ ਜਗ੍ਹਾ ਹੱਥੋਂ ਬਾਹਰ ਨਿਕਲਦਾ ਜਾ ਰਿਹਾ। ਉੱਥੇ ਇਹ ਗੱਲ ਸਮਝ ਲਓ, ਮੇਘਾਲਿਆ ਤੋਂ ਲੈ ਕੇ, ਮੇਘਾਲਿਆ ਇਹ ਪਹਿਲਾਂ ਡਿਸਟ੍ਰਿਕਟਸ ਹੁੰਦੇ ਸੀ ਅਸਾਮ ਦੇ ਸਾਰੇ, ਫਿਰ ਇਕੱਠੇ ਹੀ ਇਹ ਸਾਰੇ ਅਲੱਗ-ਅਲੱਗ ਸਟੇਟਾਂ ਬਣ ਗਿਆ। ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਨੂੰ ਛੱਡ ਦਿਓ, ਔਰ ਇਹ ਮੇਘਾਲਿਆ। ਇੱਥੇ ਵੱਡੀ ਗਿਣਤੀ 'ਚ ਕ੍ਰਿਸਚੀਅਨ ਲੋਕ ਹੈਗੇ ਆ, ਔਰ ਉਹ ਜਿਹੜੇ ਕ੍ਰਿਸਚੀਅਨ ਹੈ ਉਹਨਾਂ ਦਾ ਓਰੀਜਨ, ਐਥਨਿਕ ਓਰੀਜਨ ਸਾਰੇ ਉਹ ਆਦੀਵਾਸੀ ਹੈ, ਜਿਨ੍ਹਾਂ ਨੂੰ ਆਪਾਂ ਟਰਾਈਬਸ ਕਹਿੰਦੇ ਹਾਂ। ਮੀਜ਼ੋ ਦੇ ਵਿੱਚ ਮੀਜ਼ੋ ਟਰਾਈਬ ਹੈਗੇ ਆ, ਇੱਥੇ ਕੁੱਕੀ ਨਾਗਾ ਹੈਗੇ ਆ, ਨਾਗਾਲੈਂਡ 'ਚ ਨਾਗਾ ਹੈਗੇ ਆ, ਇੱਥੇ ਮੇਘਾਲਿਆ 'ਚ ਖਾਸੀ ਹੈਗੇ ਆ, ਇੱਕ ਹੋਰ ਵੀ ਹੈਗਾ, ਮੈਨੂੰ ਉਹਦਾ ਨਾਮ ਭੁੱਲ ਗਿਆ। ਇਹ ਜਿਹੜੇ ਸਾਰੇ ਟਰਾਈਬ ਹੈਗੇ, ਔਰ ਉਹ ਵੱਡੇ ਪੱਧਰ ਤੇ ਬਹੁਤ ਦੇਰ ਪਹਿਲਾਂ ਕ੍ਰਿਸਚੀਅਨਸ ਉੱਥੇ ਗਏ, ਉਹਨਾਂ ਨੂੰ ਕਨਵਰਟ ਕੀਤਾ, ਉਹਨਾਂ ਦਾ ਉੱਥੇ ਇੱਕ ਕਾਫੀ ਹੋਲਡ ਹੈਗਾ। ਹੁਣ ਇਹ ਮਾਮਲਾ ਹਿੰਦੂ ਵਰਸਸ ਕ੍ਰਿਸਚੀਅਨ ਉੱਥੇ ਬਣਦਾ ਜਾ ਰਿਹਾ, ਕਿਉਂਕਿ ਜਿਹੜੀ ਮੈਤੀ ਕਮਿਊਨਿਟੀ ਆ, ਜਿਨ੍ਹਾਂ ਦੀ ਸਰਕਾਰ ਐਨ ਬੀਰੇਨ ਸਿੰਘ, ਜਿਹੜਾ ਹੁਣ ਬੀਜੇਪੀ ਦਾ ਚੀਫ ਮਿਨਿਸਟਰ ਹੈਗਾ, ਉਹ ਮੈਤੀ ਕਮਿਊਨਿਟੀ ਦੇ ਵਿੱਚੋਂ ਹੈਗੀ ਆ। ਉਹਨਾਂ ਦੀ ਮੈਜੋਰਿਟੀ ਆ, ਪੁਲਿਸ 'ਚ ਵੀ ਮੈਜੋਰਿਟੀ ਆ, ਕਿਉਂਕਿ ਉਹ ਮੈਜੋਰਿਟੀ ਕਮਿਊਨਿਟੀ ਹੈ, 53% ਹੈਗੇ ਉਹ, ਪਰ ਇੱਕ ਪਾਕਟ ਵਿੱਚ ਬਿਲਕੁਲ ਥੋੜੀ ਜੀ ਜਗ੍ਹਾ ਦੇ ਵਿੱਚ ਸੀਮਤ ਹੈਗੇ। ਜਦ ਕਿ ਜਿਹੜੇ ਟਰਾਈਬਸ ਆ ਨਾਰਥ ਈਸਟ ਦੇ ਵਿੱਚ, ਇਹਨਾਂ 4 ਸਟੇਟਾਂ ਵਿੱਚ ਬੜੀ ਵੱਡੀ ਪੱਧਰ ਤੇ ਫੈਲੇ ਹੋਏ ਆ, ਔਰ ਬਹੁਤ ਹਿੱਲੀ ਏਰੀਆ, ਛੋਟੇ-ਛੋਟੇ, ਬਹੁਤ ਵੱਡੇ ਹਿੱਲ ਨਹੀਂ ਹੈ ਹਿਮਾਲਿਆ ਰੇਂਜ ਵਾਂਗੂ, ਪਰ ਹੈਗੇ ਆ ਉੱਥੇ। ਫਿਰ ਉੱਥੇ ਜੇ ਕੋਈ ਇਹੋ ਜਿਹੀ ਨਾਲ ਸਾਰੇ ਦੇ ਅਰੁਣਾਚਲ ਤੋਂ ਲੈ ਕੇ ਇਹ ਬਰਮਾ ਬਾਰਡਰ ਉੱਥੇ ਲੱਗਦਾ ਉਸ ਪਾਸੇ, ਸਮਝ ਗਏ? ਜੇ ਇੱਥੇ ਕੋਈ ਇਹੋ ਜਿਹੀ ਹਿਲਜੁਲ ਰਾਜਨੀਤਿਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਤੇ ਤੁਹਾਨੂੰ ਕਸ਼ਮੀਰ ਬਹੁਤ ਛੋਟਾ ਲੱਗਣ ਲੱਗ ਜੂ, ਇਹ ਗੱਲ ਸਮਝ ਲਓ। ਕਿਉਂਕਿ ਉਹ ਸਾਰੇ ਲੋਕਾਂ ਦੀ ਜਿਹੜੀ ਰੇਸ਼ੀਅਲ ਕਰੈਕਟਰਿਸਟਿਕਸ ਹੈ, ਉਹ ਤਿੱਬਤੋ ਬਰਮੀਜ਼ ਹੈਗੇ ਆ, ਤਿੱਬਤਨ ਤੇ ਬਰਮੀਜ਼ ਰਲ ਕੇ ਉਹ ਰੇਸਾਂ ਉੱਥੇ ਗਈਆਂ। ਮੈਂ ਉੱਥੇ 2 ਸਾਲ ਰਹਿ ਗਿਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਸਟੱਡੀ ਕੀਤਾ ਆ। ਉਹਨਾਂ ਨੇ ਇੱਕਦਮ ਪਲਟੀ ਮਾਰ ਕੇ ਉਧਰ ਉਸ ਪਾਸੇ ਨੂੰ ਆਪਣੀ ਅਫਿਨਿਟੀ ਬਣਾ ਲੈਣੀ, ਕਿਉਂਕਿ ਸਾਡੇ ਦਿੱਲੀ ਦੇ ਵਿੱਚ ਤੁਹਾਨੂੰ ਪਤਾ, ਜਿਹੜੇ ਸਾਡੇ ਮੇਨ ਸਟ੍ਰੀਮ ਹਿੰਦੂ ਜਾਂ ਉਸ ਕਿਸਮ ਦੇ ਲੋਕ ਹੈਗੇ, ਜਿਹੜੇ ਕਮਿਊਨਲ ਮਾਈਂਡ ਆ, ਉਹ ਉਹਨਾਂ ਨੂੰ ਚਿੰਕੀ ਕਹਿੰਦੇ, ਜਿਹੜਾ ਕਿ ਬਹੁਤ ਹੀ, ਜਿਸ ਤਰ੍ਹਾਂ ਆਪਾਂ ਅਫਰੀਕਾ ਨੂੰ ਕਈ ਵਾਰੀ ਨੀਗਰੋ ਕਹਿੰਦੇ ਆ, ਜਾਂ ਇਸ ਕਿਸਮ ਦਾ ਉਹਨਾਂ ਲਈ ਸ਼ਬਦ ਵਰਤਦੇ ਆ, ਹੈ ਨਾ, ਹਬਸ਼ੀ ਵਰਤਦੇ, ਹਬੀਸ਼ੀਆ ਚੋਂ ਆਏ ਸੀ, ਹਬਸ਼ੀ ਵੀ ਕਹਿ ਦਿੰਦੇ, ਪਰ ਉਹ ਉਸਨੂੰ ਡੈਰੋਗੇਟਰੀ ਹੈ ਨਾ। ਇਸ ਲਈ ਉਹ ਲੋਕ ਪਹਿਲਾਂ ਹੀ ਇਹ ਮਹਿਸੂਸ ਕਰਦੇ ਆ ਕਿ ਅਸੀਂ ਦੇਸ਼ ਨਾਲ ਪੂਰੇ ਇੰਟੀਗ੍ਰੇਟਡ ਨਹੀਂ। ਅੰਗਰੇਜ਼ਾਂ ਵੇਲੇ ਵੀ ਨਹੀਂ ਸੀ ਉਹ ਬਫਰ ਜਿਹਾ ਜ਼ੋਨ ਸੀਗਾ। ਹੁਣ ਵੀ ਕਿਉਂਕਿ ਇੱਕ ਤਾਂ ਉਹ ਇੰਨੇ ਦੂਰ ਪੈ ਜਾਂਦੇ ਆ, ਰਾਹ ਖੜਾ ਹੈ ਨਹੀਂ, ਹਿੱਲੀ ਏਰੀਆ, ਬੜਾ ਅੰਡਰ ਡਿਵੈਲਪਡ ਏਰੀਆ, ਉਹ ਪਹਿਲਾਂ ਹੀ ਲੱਗ ਥਲੱਗ ਰਹਿੰਦੇ, ਉਹ ਆਪਣੇ ਛੋਟੇ-ਛੋਟੇ ਏਰੀਆ ਦੇ ਵਿੱਚ ਹੈਗੇ ਆ। ਤੇ ਜੇ ਪਹਿਲਾਂ ਹੀ ਮੇਨ ਸਟ੍ਰੀਮ ਨਾਲ ਉਹ ਇੰਨੇ ਅਟੈਚ ਜਾਂ ਨਹੀਂ ਹੈਗੇ, ਤੇ ਉਹਨਾਂ ਲਈ ਅਲੱਗ ਹੋਣਾ 2 ਮਿੰਟ ਦਾ ਕੰਮ ਹੋਊਗਾ, ਜਾਂ ਉਹੋ ਜਿਹੀਆਂ ਆਵਾਜ਼ਾਂ ਚੁੱਕ ਦੇਣੀਆਂ ਬਹੁਤ ਆਸਾਨ ਹੋਊ। ਇਸ ਗੱਲ ਦੀ ਸੈਂਸਿਟਿਵਿਟੀ ਨੂੰ ਪ੍ਰਧਾਨ ਮੰਤਰੀ ਨੂੰ ਸਮਝਣਾ ਚਾਹੀਦਾ। 2 ਗੱਲਾਂ ਨਵੀਆਂ ਹੋ ਗਈਆਂ। ਮੈਂ ਹੁਣ ਕਿਉਂ ਇਹ ਗੱਲ ਕਹੀ, ਮੈਂ ਤੁਹਾਨੂੰ 2 ਗੱਲਾਂ ਦੇ ਆਧਾਰ ਤੇ ਕਹਿ ਰਿਹਾ। ਜਿਹੜੇ ਨਾਲ ਹੀ ਮਿਜ਼ੋਰਾਮ ਆ, ਕਈ ਮਹੀਨੇ ਪਹਿਲਾਂ ਇੱਕ ਮੁੰਡਾ ਉੱਥੇ, ਯੰਗ ਮੁੰਡਾ, ਪੋਸਟਰ ਲੈ ਕੇ ਖੜਾ ਸੀਗਾ, ਇੰਜ ਕਰਕੇ, ਮੈਨੂੰ ਉਹ ਪੋਸਟਰ ਦਾ ਰੰਗ ਵੀ ਯਾਦ ਆ, ਉਹ ਪੀਲੇ ਰੰਗ ਦਾ ਸੀ। ਉਹ ਕਹਿੰਦਾ ਸੀ, ਵੈਲਕਮ ਟੂ ਚਾਈਨਾ। ਅੰਦਾਜ਼ਾ ਲਗਾਓ ਕਿ ਉਹ ਕਿਸ ਤਰ੍ਹਾਂ ਸੋਚਦੇ ਹੈ। ਅੱਛਾ, ਹੁਣ ਉਹਨਾਂ ਮੁੰਡਿਆਂ ਨੇ ਜਿਹੜੇ
ਮਿਜ਼ੋਰਾਮ ਵਾਲੇ ਮਿਜ਼ੋਜ਼ ਹੈਗੇ ਆ ਯੰਗ ਮੁੰਡਿਆਂ ਨੇ ਅੱਜ ਬਿਆਨ ਦੇ ਦਿੱਤਾ ਉਹਨਾਂ ਦੇ ਲੋਕਾਂ ਨੇ ਕਿ ਭਾਈ ਮੈਤੀ ਬਰਾਦਰੀ ਜਿਹੜੀ ਸਾਡੇ ਇੱਥੇ ਰਹਿੰਦੀ ਉਹ ਚਲੇ ਜਾਣ। ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਵਿਰੋਧ ਵਿੱਚ ਉਹ ਵੀਡੀਓ ਦੇਖਣ ਤੋਂ ਬਾਅਦ, ਨਗਨ ਔਰਤਾਂ ਦੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਗੁੱਸਾ ਆਇਆ। ਯਾਨੀ ਕ੍ਰਿਸਚੀਅਨ ਭਾਈਚਾਰਾ ਹੌਲੀ ਹੌਲੀ ਆਦੀਵਾਸੀਆਂ ਦੇ ਨਾਂ ਤੇ ਸਾਰਾ ਇਕੱਠਾ ਹੋ ਰਿਹਾ ਲੱਗਦਾ, ਉਹਨਾਂ ਦੇ ਮਨ ਵਿੱਚ ਇੱਕ ਇਹ ਆ ਰਹੀ ਹੈ। ਦੂਜੇ ਪਾਸੇ ਵਿਦਨ ਜਿਹੜਾ ਮਣੀਪੁਰ ਆ ਉਹ ਨਾਗਾ ਵੀ ਹੈਗੇ, ਕੁੱਕੀ ਦਾ ਤੇ ਸੀ, ਨਾਗਾਜ਼ ਅਜੇ ਤੱਕ ਚੁੱਪ ਸੀਗੇ, ਉਹ ਸਿੱਧੇ ਸਿੱਧੇ ਇਸ ਗੱਲ 'ਚ ਸ਼ਾਮਲ ਨਹੀਂ ਸੀ। ਉਹਨਾਂ ਦਾ ਬਿਆਨ ਵੀ 10 MLA ਉਹਨਾਂ ਕੋਲ ਆ, 10 ਕੁੱਕੀ ਕੋਲ ਹੈ, 10 ਚੋਂ 7 BJP ਦੇ ਆ, 3 ਦੂਸਰੇ ਹੈਗੇ। ਉੱਥੇ 9 MLA ਨਾਗਾਜ਼ ਦੇ ਜਿਹੜੇ ਐਥਨਿਕ ਗਰੁੱਪਾਂ ਦੇ ਹੈਗੇ ਆ, ਉਹਨਾਂ 'ਚ ਇੱਕ ਨਾਗਾ ਪੀਪਲਜ਼ ਫਰੰਟ ਆ ਜਿਹੜਾ ਇੱਕ BJP ਦੇ ਨਾਲ ਆ, ਤੇ ਕੁਝ BJP ਦੇ ਆਪਣੇ ਮਿਲਾ ਕੇ 9 ਆ, 10ਵਾਂ ਅਲੱਗ ਹੈਗਾ। ਉਹ 10 ਦਾ ਵੀ ਨਾਗਾ ਦੇ ਜਿਹੜੇ ਡੋਮੀਨੇਟਡ ਏਰੀਏ 'ਚ ਆ ਬਿਆਨ ਆ ਗਿਆ। ਉਹਨਾਂ ਨੇ ਭਰਸਨਾ ਕੀਤੀ ਹੈ, ਉਹ ਰੋਸ ਪ੍ਰਗਟ ਕੀਤਾ ਔਰ ਇਹ ਕਿਹਾ ਕਿ ਛੇਤੀ ਤੋਂ ਛੇਤੀ ਇਹਨਾਂ ਮਾਮਲਿਆਂ ਦਾ ਹੱਲ ਕੱਢਣਾ ਚਾਹੀਦਾ। ਇਸ ਕਰਕੇ ਆਪਣਾ ਸੁਖਵਿੰਦਰ ਇਹ ਗੱਲ ਨੂੰ ਹੁਣ ਸੀਰੀਅਸਲੀ ਲੈਣਾ ਪਊ। ਇਹ ਜਿਹੜਾ ਨਾਗਾਲੈਂਡ ਵਾਲੇ 10 MLA ਦਾ ਬਿਆਨ ਆਉਂਦਾ, ਜਿਹੜੇ ਕਿ ਅਸਲ ਵਿੱਚ ਪੋਲੀਟੀਕਲੀ ਇਹਨਾਂ ਨਾਲ ਅਲਾਈਨਡ ਆ ਔਰ ਇਹਨਾਂ ਦੇ ਵਿਰੁੱਧ ਖੜੇ ਹੋ ਗਏ, ਜਿਵੇਂ ਪਹਿਲਾਂ ਮੀਜ਼ੋ ਖੜੇ ਹੋ ਗਏ, ਤੇ ਕੱਲ ਨੂੰ ਕਿਉਂਕਿ ਨਾਗਾਲੈਂਡ ਦਾ ਆਪਣਾ ਸਟੇਟ ਹੈਗੀ ਆ ਨਾਗਾਜ਼ ਦੀ, ਨਾਗਾ ਟ੍ਰਾਈਬ ਦੀ, ਉਹਦੇ ਬਾਰਡਰ ਤੇ ਲੱਗਦੇ ਆ, ਉਹਦਾ ਮਾਮਲਾ, ਇਹਦਾ ਮਤਲਬ ਇਹਦਾ ਸਪਿਲ ਓਵਰ ਨਾਗਾਲੈਂਡ ਚਲੇ ਜਾਊਗਾ। ਫਿਰ ਤੁਸੀਂ ਇਹਨਾਂ ਗੱਲਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਊਗਾ। ਇਸ ਲਈ ਪ੍ਰਧਾਨ ਮੰਤਰੀ ਨੂੰ ਇਸ ਵੇਲੇ ਉਸ ਏਰੀਏ ਦੀ, ਉਸ ਜਿਓਗ੍ਰਾਫੀ ਦੀ, ਉੱਥੋਂ ਦੀ ਜਿਸ ਕਿਸਮ ਦੀ ਸਮਾਜ ਦੀ ਤੇ ਧਰਮਾਂ ਦੀ ਬਣਤਰ ਹੈਗੀ ਆ, ਤਾਣਾ ਬਾਣਾ ਹੈਗਾ, ਉਹਨੂੰ ਸਮਝਦੇ ਹੋਏ ਤੁਰੰਤ ਉੱਥੇ ਸ਼ਾਂਤੀ ਲਿਆਉਣੀ ਚਾਹੀਦੀ ਹੈ। ਜਿਹੜੇ ਵੀ ਬੰਦਿਆਂ ਨੇ ਕੀਤਾ, ਉਹ 1000 ਆ 2000 ਆ, ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦੇਣਾ ਚਾਹੀਦਾ ਤੇ ਸਖਤ ਸਜ਼ਾਵਾਂ ਦੇ ਕੇ ਇਹ ਮੈਸੇਜ ਜਾਣਾ ਚਾਹੀਦਾ ਕਿ ਅਸੀਂ ਇਹੋ ਜਿਹੀ ਗੁੰਡਾਗਰਦੀ ਬਿਲਕੁਲ ਪਸੰਦ ਨਹੀਂ ਕਰਦੇ। ਨਹੀਂ ਤੇ ਇਹ ਮੈਸੇਜ ਸਾਫ਼-ਸਾਫ਼ ਚਲੇ ਗਿਆ ਤੇ ਉਹ ਜਾਂਦਾ ਰਹੂਗਾ ਕਿ ਇਹ ਸਟੇਟ ਸਪਾਂਸਰਡ ਸਾਰਾ ਕੁਝ ਅਗਜ਼ਨੀ ਤੇ ਘੱਟ ਗਿਣਤੀਆਂ ਨੂੰ ਨੁਕਰੇ ਲਾਉਣ ਵਾਲੀ ਇੱਕ ਨੀਤੀ ਤੇ ਹੋਣ ਵਾਲੀਆਂ ਸਰਕਾਰਾਂ, ਭਾਵੇਂ ਉਹ ਬੀਰੇਨ ਦੀ ਹੋਵੇ ਭਾਵੇਂ ਕੇਂਦਰੀ ਸਰਕਾਰ ਹੋਵੇ, ਉਹ ਚੱਲ ਰਹੀ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ। ਮੌਜੂਦਾ ਜੋ ਹਾਲਾਤ ਨੇ ਮੁਲਕ ਦੇ, ਉਹਨਾਂ ਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਪੰਜਾਬੀ ਦੇ ਵਿੱਚ ਲਿਖਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ।